गुण कह कह गावां। तू साहिब गुणी निधाना, तुमरी महिमा बरन ना सकूं। तू ठाकुर ऊंच भगवाना, तुमरी महिमा बरन ना सकूं। तू ठाकुर ऊंच भगवाना। सतनाम वाहिगुरु साहिब जियो। तनासरी भगत रविदास जी की। एक ओंकार सतगुर प्रसाद। चित सिमरन करो नैन अवलोकन। श्रवण बाणी सुजस पूर रखो। मानस मधुकर करो चरण हृदय तरो। रसन अमृत राम नाम भाखो। मेरी प्रीत गोबिंद सिंह जिन घटै। मैं तो मोल महंगी लई जी सटै। रहाओ साध संगत बिना भाव नहीं उपजै। भाव बिन भगत नहीं होए तेरी। कह रविदास एक बेनती हर स्यों। पैज राखो राजा राम मेरी। साध संगत बिना भाव नहीं उपजै। भाव बिन भगत नहीं होए तेरी। कह रविदास एक बेनती हर स्यों। पैज राखो राजा राम मेरे। वाहिगुरु जी का खालसा वाहिगुरु जी की फतेह। परम सम्मान योग जुगो जुग अटल चवर छत्र तख्त के मालिक हाजरा हजूर। ज़ाहरा ज़हूर सर्व कला भरपूर नाम बाणी के बोहित। कलयुग के तारणहार सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभायमान होए बैठे गुरु सवारे सतसंगी जनों, आप जी वडभागी हो जो कि अज दे संध्या वेले दे सजे दीवाना विच गुरु तेग बहादुर साहिब महाराज जी दे पावन पवित्र महान इतिहासिक अस्थान की हाज़री भर के अपने जीवन के कुछ सवासां नूं गुरु दे लेखे लाउण दा सफल यतन कर रहे हो। आओ कुछ समय लई सतगुर पातशाह जी वल्लों बख्शिश कीते पावन बचन दी विचार दे नाल जुड़िए। भगत रविदास जी ने इस पावन शब्द अंदर जो कि धनासरी राग विच उन्होंने दर्ज किया है, इस शब्द के अंदर सिमरन की गल, समदृष्टि की गल, सरवण करन की गल अते अपने मन नूं
ਪ੍ਰਭੂ ਦੇ ਚਰਨਾਂ ਵਿੱਚ ਕਿਵੇਂ ਲੀਨ ਕਰਨਾ ਹੈ, ਪੂਰੀ ਤਰ੍ਹਾਂ ਕਿਵੇਂ ਲਿਪਤ ਕਰਨਾ ਹੈ, ਐਸੇ ਕੁਝ ਅਧਿਆਤਮਿਕ ਸਿਧਾਂਤਾਂ ਦਾ ਜ਼ਿਕਰ ਕੀਤਾ ਹੈ। ਪ੍ਰਭੂ ਪ੍ਰਾਪਤੀ ਦੇ ਲਈ ਬੰਦੇ ਵੱਲੋਂ ਕੀਤਾ ਹੋਇਆ ਹਾਲਾਂਕਿ ਕੋਈ ਵੀ ਉਪਰਾਲਾ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਸਫਲਾ ਨਹੀਂ, ਪਰ ਉਪਰਾਲਿਆਂ ਬਿਨਾਂ ਵੀ ਮੰਜ਼ਿਲ ਤੈਅ ਤੇ ਨਹੀਂ ਹੁੰਦੀ। ਮਨੁੱਖ ਬੇਫਿਕਰ ਹੋ ਕੇ ਵਿਹਲਾ ਨਹੀਂ ਬੈਠ ਸਕਦਾ, ਕੁਝ ਨਾ ਕੁਝ ਤੇ ਉਸ ਨੂੰ ਕਰਨਾ ਹੀ ਪਵੇਗਾ। ਹਾਲਾਂਕਿ ਅੰਨ ਰੱਬ ਪੈਦਾ ਕਰਦਾ ਹੈ, ਪਰ ਉਸ ਅੰਨ ਨੂੰ ਪੀ ਕੇ, ਆਟਾ ਬਣਾ ਕੇ, ਪ੍ਰਸ਼ਾਦੇ ਪਕਾ ਕੇ ਮਨੁੱਖ ਨੂੰ ਆਪ ਹੀ ਛਕਣੇ ਪੈਂਦੇ ਨੇ। ਹਾਲਾਂਕਿ ਕਣਕ ਨੂੰ ਛਕਣ ਦਾ ਤੇ ਉਹ ਵੀ ਤਰੀਕਾ, ਕਣਕ ਭੁੰਨ ਕੇ ਗੁੜ ਦੇ ਵਿੱਚ ਮਿਕਸ ਕਰਕੇ ਭਾਵੇਂ ਖਾ ਲਓ, ਉਂਝ ਵੀ ਖਾਈ ਜਾ ਸਕਦੀ ਹੈ, ਪਰ ਸਹੀ ਵਿਧੀ ਹੈ ਕਿ ਉਹਦਾ ਆਟਾ ਬਣਾ ਕੇ ਉਹਦੇ ਪ੍ਰਸ਼ਾਦੇ ਪਕਾਏ ਜਾਣ ਤੇ ਲੋਕ ਕਹਿਣਗੇ ਸਹੀ ਵਿਧੀ ਨਾਲ ਸਹੀ ਕੰਮ ਕੀਤਾ ਗਿਆ। ਯਾਨੀ ਹਰ ਕੰਮ ਦੇ ਲਈ ਇੱਕ ਇੱਕ ਵਿਧੀ ਹੈ, ਵਿਧੀਵਤ ਕੀਤਾ ਗਿਆ ਕੰਮ ਬਹੁਤ ਜਲਦੀ ਸਫਲਤਾ ਦਾ ਫਲ ਦਿੰਦਾ ਹੈ। ਹੁਣ ਭਗਤ ਰਵਿਦਾਸ ਜੀ ਨੇ ਕੁਝ ਵਿਧੀਆਂ ਇਸ ਪਾਵਨ ਸ਼ਬਦ ਅੰਦਰ ਬਿਆਨ ਕੀਤੀਆਂ ਹਨ, ਜਿਸ ਵਿੱਚ ਪਹਿਲੀ ਵਿਧੀ ਹੈ ਸਿਮਰਨ ਕਰਨਾ, ਦੂਜੀ ਵਿਧੀ ਹੈ ਪ੍ਰਮਾਤਮਾ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਵੇਖਣਾ, ਔਰ ਤੀਸਰੀ ਵਿਧੀ ਹੈ ਕੰਨਾਂ ਦੇ ਨਾਲ ਸੁਣਨਾ। ਪਹਿਲਾ ਵਿਸ਼ਾ ਸੁਰਤ ਦਾ ਹੈ, ਦੂਜਾ ਵਿਸ਼ਾ ਨੇਤਰਾਂ ਦਾ ਹੈ ਤੇ ਤੀਜਾ ਵਿਸ਼ਾ ਕੰਨਾਂ ਦਾ ਹੈ। ਮਨੁੱਖ ਦੀ ਸੁਰਤ, ਮਨੁੱਖ ਦੇ ਨੇਤਰ ਅਤੇ ਮਨੁੱਖ ਦੇ ਕੰਨ ਜਿਸ ਪਾਸੇ ਹੋਣਗੇ ਉਸੇ ਪਾਸੇ ਮਨੁੱਖ ਦੀ ਆਤਮਾ ਅਤੇ ਮਨੁੱਖ ਦਾ ਮਨ ਜਾਏਗਾ। ਇਸ ਲਈ ਭਗਤ ਰਵਿਦਾਸ ਜੀ ਨੇ ਇੱਕ ਦਿਸ਼ਾ ਨਿਰਦੇਸ਼ ਦਿੱਤਾ ਆਮ ਆਦਮੀ ਦੇ ਲਈ। ਇੱਥੇ ਆਮ ਆਦਮੀ ਇਸ ਲਈ ਆਖ ਰਿਹਾ ਹਾਂ ਕਿ ਜੋ ਖਾਸ ਕਹਿਲਾਉਂਦੇ ਨੇ ਉਹ ਆਪਣੀਆਂ ਹੀ ਵਿਧੀਆਂ ਅਪਣਾਉਂਦੇ ਨੇ, ਉਹ ਕਿਸੇ ਦੀ ਗੱਲ ਨਹੀਂ ਮੰਨਦੇ। ਅਗਰ ਕੋਈ ਬੰਦਾ ਸਮਾਜ ਵਿੱਚ ਕੋਈ ਰੁਤਬਾ ਹਾਸਲ ਕਰ ਲੈਂਦਾ, ਕੋਈ ਸਟੇਟਸ ਮਿਲ ਜਾਂਦਾ, ਕੋਈ ਪਦਵੀ ਮਿਲ ਜਾਂਦੀ, ਉਹ ਤਾਂ ਕਿਸੇ ਦੀ ਗੱਲ ਮੰਨੇਗਾ ਹੀ ਨਹੀਂ। ਉਹਨੇ ਆਪਣੇ ਹੀ ਰੁਤਬੇ ਦੇ ਅਨੁਸਾਰ ਗੱਲ ਕਰਨੀ, ਮੈਂ ਕਿਸੇ ਦੀ ਕਿਉਂ ਮੰਨਾਂ, ਮੈਂ ਤੇ ਖਾਸ ਹਾਂ। ਜਿਵੇਂ ਕਲਾਸ ਵਿੱਚ ਮਨੀਟਰ ਹੁੰਦਾ ਜਾਂ ਕੈਪਟਨ ਹੁੰਦਾ, ਉਹ ਦੂਜਿਆਂ ਦੇ ਉੱਤੇ ਤਾਂ ਆਰਡਰ ਚਲਾਉਂਦਾ ਲੇਕਿਨ ਆਪ ਨਹੀਂ ਦੇਖਦਾ ਵੀ ਮੈਂ ਕੋਈ ਗਲਤੀ ਕਰ ਰਿਹਾ ਨਹੀਂ ਕਰ। ਦੂਸਰਿਆਂ ਨੂੰ ਕਹੇਗਾ ਕਿ ਆਪਣੀ ਕਮੀਜ਼ ਦਾ ਕਾਲਰ ਦਾ ਉੱਪਰ ਵਾਲਾ ਬਟਨ ਬੰਦ ਕਰ ਲੈ ਜਾਂ ਬਾਹਾਂ ਥੱਲੇ ਉਤਾਰ ਲੈ, ਲੇਕਿਨ ਆਪ ਚੜਾ ਕੇ ਚੱਲਦਾ, ਆਪ 2-2 3-3 ਬਟਨ ਖੋਲ ਕੇ ਚੱਲਦਾ। ਕਲਾਸ ਦੇ ਅੰਦਰ ਅਗਰ ਕਿਸੇ ਨੂੰ ਮਨੀਟਰ ਜਾਂ ਕੈਪਟਨ ਕੁੜੀ ਨੂੰ ਬਣਾ ਦਿੱਤਾ ਜਾਏ, ਦੂਜਿਆਂ ਨੂੰ ਕਹੇਗੀ ਨਹੁੰ ਕੱਟ ਕੇ ਆਓ, ਵਾਲ ਸਵਾਰ ਕੇ ਆਓ, ਇਹ ਕਰਕੇ ਆਓ। ਆਪ ਨਹੁੰ ਵਧਾਏ ਹੁੰਦੇ ਨੇ, ਆਪ ਵਾਲ ਵੀ ਸਵਾਰੇ ਹੁੰਦੇ ਨੇ। ਯਾਨੀ ਜਿਸ ਨੂੰ ਕੋਈ ਸਟੇਟਸ ਮਿਲ ਜਾਏ, ਜਿਹਨੂੰ ਕੋਈ ਪਦਵੀ ਮਿਲ ਜਾਏ, ਜਿਹਨੂੰ ਕੋਈ ਅਹੁਦਾ ਮਿਲ ਜਾਏ, ਉਹ ਬੰਦਾ ਆਮ ਨਹੀਂ ਰਹਿੰਦਾ, ਖਾਸ ਬਣ ਜਾਂਦਾ। ਖਾਸ ਬੰਦਾ ਕਿਸੇ ਦੀ ਨਹੀਂ ਮੰਨਦਾ। ਰਵਿਦਾਸ ਜੀ ਨੇ ਕੁਝ ਖਾਸ ਬੰਦਿਆਂ ਨੂੰ ਕਿਹਾ ਹੀ ਨਹੀਂ, ਉਹਨਾਂ ਨੂੰ ਪਤਾ ਵੀ ਉਹਨਾਂ ਤੇ ਮੰਨਣਾ ਕੋਈ ਨਹੀਂ ਹੈ। ਇਸ ਲਈ ਉਹਨਾਂ ਨੇ ਕਿਹਾ ਹੈ ਇੱਕ ਆਮ ਵਿਅਕਤੀ ਜਿਹਦੇ ਅੰਦਰ ਸ਼ਰਧਾ ਹੈ, ਸਤਿਕਾਰ ਹੈ ਔਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, ਐਸਾ ਵਿਅਕਤੀ ਪਰਮਾਤਮਾ ਨੂੰ ਕਿਵੇਂ ਮਿਲੇ। ਇਸ ਲਈ ਪਿਆਰਿਓ, ਜੋ ਉਹਨਾਂ ਨੇ ਸਿਧਾਂਤ ਦਿੱਤਾ ਹੈ, ਆਓ ਸਤਿਗੁਰ ਸਾਹਿਬ ਦੇ ਪਾਵਨ ਬਚਨ ਪਹਿਲੋਂ ਸਰਵਣ ਕਰੀਏ ਜੀ। ਚਿਤ ਸਿਮਰਨ ਕਰੋ ਨੈਣ ਅਵਲੋਕਨਾ, ਸ਼ਰਵਣ ਬਾਣੀ ਸੁਜਸ ਪੂਰ ਰੱਖੋ। ਗੁਰੂ ਪਾਤਸ਼ਾਹ ਜੀ ਇਸ ਪਾਵਨ ਬਚਨ ਵਿੱਚ ਫਰਮਾ ਰਹੇ ਨੇ, ਚਿੱਤ ਸਿਮਰਨ ਕਰੋ। ਚਿੱਤ ਦੇ ਵਿੱਚ ਸਿਮਰਨ ਕਰਨਾ,
ਹੁਣ ਜਦੋਂ ਸਿਮਰਨ ਦੀ ਗੱਲ ਚੱਲਦੀ ਹੈ, ਬਹੁਤ ਸਾਰੀਆਂ ਵਿਚਾਰਾਂ ਇਸ ਦੇ ਪ੍ਰਥਾਏ ਸਮਾਜ ਦੇ ਲੋਕ, ਧਾਰਮਿਕ ਲੋਕ, ਅਧਿਆਤਮਿਕ ਲੋਕ ਸਾਹਮਣੇ ਰੱਖਦੇ ਨੇ। ਸਿਮਰਨ ਦੀ ਗੱਲ ਚੱਲਦੀ ਹੈ ਤੇ ਵਿਅਕਤੀ ਸੋਚਦਾ ਹੈ ਜ਼ੁਬਾਨ ਦੇ ਨਾਲ ਕੁਝ ਘੜੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਇਹ ਸਿਮਰਨ ਹੈ। ਅੱਖਰੀ ਇਹਦੇ ਅਰਥ ਨੇ ਯਾਦ ਕਰਨਾ। ਤਾਂ ਹੀ ਰਵਿਦਾਸ ਜੀ ਨੇ ਕਿਹਾ ਚਿੱਤ ਸਿਮਰਨ ਕਰੋ, ਜ਼ੁਬਾਨ ਦੀ ਗੱਲ ਹੀ ਨਹੀਂ ਆਈ। ਔਰ ਜਦ ਕਿ ਜ਼ੁਬਾਨ ਨਾਲ ਵੀ ਕਿਹਾ ਗਿਆ ਕਿ ਰਸਨਾ ਗੁਣ ਗੋਪਾਲ ਨਿਤ ਗਾਇਨ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ RAM। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜ਼ੁਬਾਨ ਦੀ ਵੀ ਗੱਲ ਹੈ, ਪਰ ਜਦੋਂ ਜ਼ੁਬਾਨ ਦੀ ਗੱਲ ਆਉਂਦੀ ਹੈ ਤੇ ਗੁਣ ਗਾਣ ਦੀ ਗੱਲ ਕੀਤੀ ਜਾਂਦੀ ਹੈ ਬਾਣੀ ਵਿੱਚ। ਜ਼ੁਬਾਨ ਦੀ ਜਦ ਗੱਲ ਹੁੰਦੀ ਹੈ ਤੇ ਜਾਪ ਦੀ ਗੱਲ ਚੱਲਦੀ ਹੈ। ਜ਼ੁਬਾਨ ਨਾਲ ਜਦ ਸੰਬੰਧਿਤ ਗੱਲ ਹੁੰਦੀ ਹੈ ਤੇ ਪੜ੍ਹਨ ਦੀ ਜਾਂ ਬੋਲਣ ਦੀ ਗੱਲ ਚੱਲਦੀ ਹੈ। ਸਿਮਰਨ ਜਦ ਵੀ ਆਉਂਦਾ ਤੇ ਚਿੱਤ ਜਾਂ ਮਨ। ਸਿਮਰਨ ਵਿਸ਼ਾ ਹੀ ਯਾਦ ਦਾ ਹੈ, ਚੇਤੇ ਕਰਨ ਦਾ। ਅੱਖਰੀ ਅਰਥ ਨੇ ਯਾਦ ਕਰਨਾ। ਯਾਦ ਜ਼ੁਬਾਨ ਨਾਲ ਨਹੀਂ ਕੀਤਾ ਜਾਂਦਾ, ਜ਼ਿਹਨ ਵਿੱਚ ਯਾਦ ਕਰਦਾ ਮਨੁੱਖ। ਔਰ ਜਦੋਂ ਕਿਸੇ ਨੂੰ ਯਾਦ ਕਰਦਾ ਹੈ ਉਸ ਤੋਂ ਬਾਅਦ ਉਸ ਦਾ ਜ਼ਿਕਰ ਚੱਲਦਾ ਹੈ। ਉਸ ਜ਼ਿਕਰ ਤੱਕ ਵੀ ਰਵਿਦਾਸ ਜੀ ਨਹੀਂ ਪਹੁੰਚੇ, ਸਿਰਫ ਚਿੱਤ ਤੱਕ ਰਹੇ ਨੇ ਕਿ ਚਿੱਤ ਸਿਮਰਨ ਕਰੋ। ਮੈਂ ਆਪਣੇ ਚਿੱਤ ਵਿੱਚ ਉਸ ਰੱਬ ਨੂੰ ਯਾਦ ਕਰਦਾ ਹਾਂ। ਤੇ ਪ੍ਰਮਾਤਮਾ ਨੂੰ ਜ਼ੁਬਾਨ ਦੇ ਉੱਤੇ ਕਈ ਲੈ ਆਉਂਦੇ ਨੇ, ਪਰ ਕੰਡੀਸ਼ਨ ਐਸੀ ਹੁੰਦੀ ਹੈ ਉਹ ਜ਼ੁਬਾਨ ਤੱਕ ਹੀ ਰਹਿੰਦਾ ਪ੍ਰਮਾਤਮਾ। ਕੋਈ ਵਿਅਕਤੀ ਆ ਗਿਆ, ਤਾਰੀਫ ਕਰਨ ਲੱਗ ਪਿਆ, ਜੇ ਤੁਹਾਡਾ ਬੜਾ ਵਧੀਆ ਬਿਜ਼ਨਸ ਚੱਲ ਪਿਆ, ਉਦੋਂ ਬੰਦੇ ਦੀ ਜ਼ੁਬਾਨ ਤੇ ਕਦੇ ਕਦਾਈ ਰੱਬ ਦਾ ਨਾਂ ਆ ਜਾਂਦਾ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਹੈ। ਹੁਣ ਆਇਆ, ਲੇਕਿਨ ਉੱਥੇ ਇਨਸਾਨ ਆਪਣੀ ਧਾਰਮਿਕਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਮੈਂ ਰੱਬ ਦੇ ਅੱਗੇ ਪੁਕਾਰ ਕੀਤੀ, ਉਹਨੇ ਸੁਣੀ। ਇੱਥੇ ਰੱਬ ਨੂੰ ਯਾਦ ਕੀਤਾ ਗਿਆ, ਪਰ ਦੂਸਰੇ ਦੇ ਸਾਹਮਣੇ ਇਹ ਜਤਾਉਣ ਦੇ ਲਈ ਕਿ ਮੈਂ ਧਾਰਮਿਕ ਹਾਂ, ਅਮੀਰ ਹੋ ਕੇ ਵੀ ਧਾਰਮਿਕ ਹਾਂ। ਉੱਥੇ ਚਿੱਤ ਦੇ ਵਿੱਚ ਨਹੀਂ ਯਾਦ ਆ ਰਿਹਾ। ਚਿੱਤ ਵਿੱਚ ਯਾਦ ਆਏਗਾ ਤੇ ਦੂਜੇ ਬੰਦੇ ਸਾਹਮਣੇ ਜ਼ੁਬਾਨ ਕਰਕੇ ਜ਼ਿਕਰ ਨਹੀਂ ਆਉਣਾ। ਉੱਥੇ ਤੇ ਚਿੱਤ ਵਿੱਚ ਜੁੜਿਆ, ਫਿਰ ਤੇ ਪਤਾ ਵੀ ਨਹੀਂ ਲੱਗਣਾ ਦੂਸਰੇ ਨੇ ਗੱਲ ਕੀ ਕਹੀ ਹੈ। ਅਗਰ ਸਾਡਾ ਚਿੱਤ ਕਿਸੇ ਹੋਰ ਪਾਸੇ ਲੱਗਾ ਹੋਵੇ ਨਾ ਤੇ ਸਾਨੂੰ ਦੂਸਰੇ ਦੀ ਗੱਲ ਸਹੀ ਤਰ੍ਹਾਂ ਸੁਣਾਈ ਨਹੀਂ ਪੈਂਦੀ। ਦੁਬਾਰਾ ਰਿਪੀਟ ਕਰਕੇ ਪੁੱਛਣਾ, ਅੱਛਾ ਕੀ ਕਹਿ ਰਹੇ ਸੀ ਦੱਸੋ ਜਰਾ, ਮੇਰਾ ਧਿਆਨ ਨਹੀਂ ਰਿਹਾ, ਮੇਰਾ ਚਿੱਤ ਇੱਥੇ ਹੈ ਨਹੀਂ ਸੀ। ਯਾਨੀ ਚਿੱਤ ਵਿੱਚ ਅਗਰ ਕੁਝ ਚੱਲ ਰਿਹਾ ਤੇ ਸੈਕੰਡ ਪਰਸਨ ਦੀ ਗੱਲ ਤਾਂ ਪਤਾ ਹੀ ਨਹੀਂ ਚੱਲੇਗੀ। ਔਰ ਅਗਰ ਗੱਲ ਸੈਕੰਡ ਪਰਸਨ ਨੂੰ ਲੈ ਕੇ ਹੋ ਰਹੀ ਹੈ ਤੇ ਸਮਝਣਾ ਚਿੱਤ ਦੀ ਗੱਲ ਹੀ ਨਹੀਂ ਹੈ। ਫਿਰ ਬੰਦਾ ਗੱਲ ਦੂਸਰੇ ਵਿਅਕਤੀ ਦੇ ਪ੍ਰਥਾਏ ਕਰ ਰਿਹਾ। ਰੱਬ ਦੇ ਪ੍ਰਥਾਏ ਗੱਲ ਅਗਰ ਹੋਏਗੀ, ਸੈਕੰਡ ਪਰਸਨ ਆਉਂਦਾ ਹੀ ਨਹੀਂ ਵਿੱਚ। ਆਪਣੇ ਆਪ ਨਾਲ ਗੱਲ ਅਗਰ ਹੋ ਰਹੀ ਹੈ, ਸਮਝੋ ਫਿਰ ਚਿੱਤ ਵਿੱਚ ਸਿਮਰਨ ਹੋ ਰਿਹਾ। ਫਸਟ ਪਰਸਨ ਤੱਕ ਜਦ ਯਾਦ ਰਹਿੰਦੀ ਹੈ, ਆਪਣੇ ਆਪ ਵਿੱਚ ਹੀ ਪ੍ਰਮਾਤਮਾ ਦੀ ਯਾਦ ਚੱਲੇ ਤੇ ਉਹ ਸਿਮਰਨ ਹੈ। ਹੁਣ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਬਚਨ, ਚਿੱਤ ਸਿਮਰਨ ਕਰੋ। ਮੈਂ ਆਪਣੇ ਚਿੱਤ ਵਿੱਚ ਸਿਮਰਨ ਕਰਦਾ ਹਾਂ, ਆਪਣੇ ਚਿੱਤ ਵਿੱਚ ਉਸ ਨੂੰ ਯਾਦ ਕਰਦਾ ਹਾਂ। ਜਦੋਂ ਚਿੱਤ ਵਿੱਚ ਯਾਦ ਕਰਦੇ ਹਾਂ ਨਾ ਤੇ ਉਸ ਤੋਂ ਬਾਅਦ ਇੱਕ ਦੂਸਰੀ ਅਵਸਥਾ ਆਪਣੇ ਆਪ ਬਣਦੀ ਹੈ, ਜੋ ਕਿ ਰਵਿਦਾਸ ਜੀ ਨੇ ਬਿਆਨ ਕੀਤਾ ਹੈ। ਆਓ ਇੱਕ ਵਾਰ ਫੇਰ ਸਰਵਣ ਕਰੀਏ ਜੀ। ਚਿਤ ਸਿਮਰਨ ਕਰੋ ਨੈਣ ਅਵਲੋਕਨ, ਸ਼ਰਵਣ ਬਾਣੀ ਸੁਜਸ ਪੂਰ ਰੱਖੋ। ਹੁਣ ਇੱਥੇ ਭਗਤ ਰਵਿਦਾਸ ਜੀ ਆਖਰ ਨੇ, ਜਦੋਂ ਚਿੱਤ ਦੇ ਵਿੱਚ ਉਹਦਾ ਸਿਮਰਨ ਚੱਲਦਾ ਹੈ ਤੇ ਨੈਣ ਅਵਲੋਕਨੋਂ, ਆਪਣੇ ਆਪ ਹੀ ਅੱਖਾਂ ਵਿੱਚ ਉਹਦੇ ਦੀਦਾਰ ਹੁੰਦੇ ਨੇ। ਸਿਮਰਨ ਚਿੱਤ ਵਿੱਚ ਚੱਲਦਾ ਪਿਆ, ਲੇਕਿਨ ਚਿੱਤ ਦੇ ਵਿੱਚ ਅਗਰ ਸਿਮਰਨ ਆਇਆ ਤੇ ਅੱਖਾਂ ਵਿੱਚ ਉਹਦੇ ਦੀਦਾਰ ਆ ਗਏ। ਹੁਣ ਇਹ ਕਿਵੇਂ ਆਉਂਦੇ ਨੇ? ਕੋਈ ਵੀ ਵਿਅਕਤੀ ਜਦੋਂ ਬੈਠ ਕਰਕੇ ਕਿਸੇ ਵੀ ਚੀਜ਼ ਦਾ ਜ਼ਿਕਰ ਕਰਦਾ ਹੈ ਤੇ ਉਸ ਜ਼ਿਕਰ ਦੇ ਅਨੁਸਾਰ
ਅਸੀਂ ਆਪਣੀਆਂ ਅੱਖਾਂ ਦੇ ਵਿੱਚ ਉਸ ਸ਼ਖਸ ਨੂੰ ਦੇਖਣ ਲੱਗ ਪੈਂਦੇ ਹਾਂ ਜਿਸ ਦਾ ਜ਼ਿਕਰ ਹੁੰਦਾ ਹੈ। ਹੁਣ ਜ਼ਿਕਰ ਕਿਸੇ ਵੀ ਚੀਜ਼ ਦਾ ਕਰ ਲਿਆ ਜਾਏ, ਫਰਜ਼ ਕਰੋ ਮੈਂ ਜ਼ਿਕਰ ਕਰਾਂ ਜੰਗਲ ਦਾ, ਤੇ ਬਹੁਤ ਵੱਡੇ ਵੱਡੇ ਦਰਖਤ, ਉਜਾੜ ਪਿਆ ਹੋਇਆ ਸਾਰੇ ਪਾਸੇ, ਦੂਰ ਤੱਕ ਫੈਲਿਆ ਹੋਇਆ ਮੈਦਾਨ, ਉਸ ਮੈਦਾਨ ਵਿੱਚ ਘੁੰਮ ਰਹੇ ਹੋਏ ਜੰਗਲੀ ਜਾਨਵਰ, ਸ਼ੇਰ ਘੁੰਮ ਰਿਹਾ ਹੈ, ਭਾਲੂ ਘੁੰਮ ਰਿਹਾ ਹੈ, ਜਾਂ ਹੋਰ ਕਿਸੇ ਪ੍ਰਕਾਰ ਦਾ ਜਾਨਵਰ ਘੁੰਮ ਰਿਹਾ, ਹਾਥੀ ਘੋੜੇ ਹਨ, ਜੰਗਲ ਵਿੱਚ ਘੁੰਮ ਰਹੇ ਨੇ। ਕਿਉਂਕਿ ਜੰਗਲ ਦਾ ਨਾਮ ਲੈਂਦਿਆਂ ਹੀ ਤੁਹਾਡੀ ਸੁਰਤ ਵਿੱਚ ਇੱਕ ਸਕਰੀਨ ਆ ਜਾਂਦੀ ਹੈ ਜੋ ਦੱਸਦੀ ਹੈ ਕਿ ਜਿਸ ਚੀਜ਼ ਦਾ ਨਾਮ ਲੈ ਰਹੇ ਹੋ, ਜਿਹਨੂੰ ਚੇਤੇ ਕਰ ਰਹੇ ਹੋ, ਉਹ ਚੀਜ਼ ਐਸੀ ਹੈ। ਜੰਗਲ ਕੈਸਾ ਹੈ? ਜੰਗਲ ਦਿਖਾਈ ਪੈਂਦਾ। ਹੁਣ ਉਸੇ ਜੰਗਲ ਵਿੱਚ ਅਗਰ ਅੱਗ ਲੱਗ ਜਾਂਦੀ ਹੈ, ਫਿਰ ਬੰਦਾ ਦਿਮਾਗ ਵਿੱਚ ਮੈਨੇਜ ਕਰਦਾ ਹੈ ਕਿ ਜੰਗਲ ਵਿੱਚ ਅੱਗ ਲੱਗਦੀ ਹੈ, ਬੜੀਆਂ ਲੰਬੀਆਂ ਲਪਟਾਂ ਉੱਠਦੀਆਂ ਨੇ। ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਜਾਂ ਦੱਖਣੀ ਅਫਰੀਕਾ ਦੇ ਜੰਗਲਾਂ ਵਿੱਚ ਬਹੁਤ ਅੱਗ ਲੱਗਦੀ ਹੈ। ਉੱਥੋਂ ਦੇ ਜੰਗਲਾਂ ਵਿੱਚ ਜਦ ਅੱਗ ਲੱਗਦੀ ਹੈ ਤੇ ਬੜਾ ਕੁਝ ਤਬਾਹ ਕਰਦੀ ਹੈ, ਤੇ ਬੰਦੇ ਦੇ ਜ਼ਿਹਨ ਵਿੱਚ ਹੁੰਦਾ ਹੈ ਕਿ ਅੱਗ ਲੱਗਦੀ ਹੈ ਤੇ ਕਿਸ ਤਰ੍ਹਾਂ ਦਾ ਮੰਜ਼ਰ ਹੁੰਦਾ ਹੈ, ਕਿਹੋ ਜਿਹੇ ਹਾਲਾਤ ਹੁੰਦੇ ਨੇ, ਕਿਸ ਤਰ੍ਹਾਂ ਵਿਅਕਤੀ ਬੇਹਬਲ ਹੁੰਦੇ ਨੇ, ਸਾਰਾ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ। ਅੱਗ ਲੱਗਣ ਦਾ ਨਾਮ ਆਇਆ, ਚਿੱਤ ਵਿੱਚ ਅੱਗ ਦਾ ਜ਼ਿਕਰ ਆਇਆ ਤੇ ਅੱਗ ਦੀ ਮੂਰਤ ਸਾਹਮਣੇ ਆ ਗਈ। ਲੇਕਿਨ ਅਚਾਨਕ ਇਸ ਨੂੰ ਪਲਟ ਕੇ ਅਗਰ ਮੈਂ ਕਹਾਂ ਬਰਸਾਤ, ਹੁਣ ਜਿਉਂ ਬਰਸਾਤ ਦਾ ਜ਼ਿਕਰ ਹੋਇਆ ਤੇ ਬੂੰਦਾਬਾਂਦੀ ਪੈਂਦੀ ਹੈ, ਉੱਤੋਂ ਪਾਣੀ ਦੀਆਂ ਬੂੰਦਾਂ ਪੈਂਦੀਆਂ ਨੇ, ਹਰ ਪਾਸੇ ਹਰਿਆਲੀ ਆਉਂਦੀ ਹੈ, ਪਸ਼ੂ ਪੰਛੀ ਭਿੱਜ ਚੁੱਕੇ ਹੁੰਦੇ ਨੇ, ਬਨਸਪਤੀ ਭਿੱਜ ਜਾਂਦੀ ਹੈ, ਫੁੱਲ ਭਿੱਜ ਜਾਂਦੇ ਨੇ, ਫਲ ਭਿੱਜ ਜਾਂਦੇ ਨੇ, ਬੰਦੇ ਵੀ ਭਿੱਜ ਜਾਂਦੇ ਨੇ, ਔਰ ਸਾਰੇ ਦੇ ਸਾਰੇ ਖੁਸ਼ ਹੁੰਦੇ ਨੇ। ਫੁੱਲ ਭਿੱਜ ਕੇ ਖਿੜ ਜਾਂਦੇ ਨੇ, ਪਸ਼ੂ ਪੰਛੀ ਭਿੱਜ ਕੇ ਮਸਤੀ ਕਰ ਰਹੇ ਹੁੰਦੇ ਨੇ, ਖੇਡ ਰਹੇ ਹੁੰਦੇ ਨੇ, ਪੰਛੀ ਭਿੱਜ ਕੇ ਚਹਿਕ ਰਹੇ ਹੁੰਦੇ ਨੇ। ਯਾਨੀ ਇੱਕ ਲਫ਼ਜ਼ ਦਾ ਜਦੋਂ ਜ਼ਿਕਰ ਹੋਇਆ, ਚਿੱਤ ਵਿੱਚ ਜਦੋਂ ਜ਼ਿਕਰ ਹੋਇਆ ਤੇ ਉਹ ਜ਼ਿਹਨ ਵਿੱਚ ਉਹਦਾ ਚਿੱਤਰ ਆ ਗਿਆ, ਅੱਖਾਂ ਵਿੱਚ ਉਹਦੇ ਦੀਦਾਰ ਸਾਹਮਣੇ ਆ ਗਏ। ਇਹਨੂੰ ਹੁਣ ਪੋਜ਼ਿਟਿਵ ਕਰਕੇ ਹੋਰ ਵੇਖੀਏ, ਇਹਨੂੰ ਧਾਰਮਿਕਤਾ ਵਿੱਚ ਲੈ ਆਈਏ। ਅੱਗ ਦਾ ਜ਼ਿਕਰ ਕੀਤਾ ਤੇ ਤੁਸੀਂ ਅੱਗ ਨੂੰ ਵੇਖ ਲਿਆ ਕਿਸ ਤਰ੍ਹਾਂ ਦੀ ਹੁੰਦੀ ਹੈ। ਜੰਗਲ ਦਾ ਜ਼ਿਕਰ ਕੀਤਾ ਤੇ ਜੰਗਲੀ ਜਾਨਵਰ ਔਰ ਜੰਗਲ ਦਾ ਦ੍ਰਿਸ਼ ਸਾਹਮਣੇ ਆ ਗਿਆ। ਜਿਸ ਚੀਜ਼ ਨੂੰ ਯਾਦ ਕਰਦੇ ਹਾਂ ਵੈਸੀ ਚੀਜ਼ ਸਾਨੂੰ ਅੱਖਾਂ ਦੇ ਸਾਹਮਣੇ ਦਿਖਾਈ ਪੈਣ ਲੱਗ ਪੈਂਦੀ ਹੈ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਜੋ ਬੰਦਾ ਯਾਦ ਕਰਦਾ ਸਾਹਮਣੇ ਦਿਖਾਈ ਪੈ ਜਾਂਦਾ। ਚਿੱਤ ਵਿੱਚ ਜੰਗਲ ਯਾਦ ਆਇਆ, ਚਿੱਤ ਵਿੱਚ ਜੰਗਲ ਦਾ ਸਿਮਰਨ ਕੀਤਾ, ਜੰਗਲ ਦਾ ਸੀਨ ਆ ਗਿਆ। ਚਿੱਤ ਵਿੱਚ ਜੰਗਲੀ ਜਾਨਵਰਾਂ ਨੂੰ ਯਾਦ ਕੀਤਾ, ਜੰਗਲੀ ਜਾਨਵਰ ਦਿਖਾਈ ਪੈ ਗਏ। ਚਿੱਤ ਵਿੱਚ ਬਰਸਾਤ ਯਾਦ ਕੀਤੀ, ਬਾਰਿਸ਼ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਦਿਖਾਈ ਪੈ ਗਿਆ। ਤੇ ਪਿਆਰਿਓ, ਜੇ ਕਿਤੇ ਆਪਾਂ ਇੱਕ ਨਾਮ ਹੋਰ ਲਈਏ, ਸ਼੍ਰੀ ਹਰਿਮੰਦਰ ਸਾਹਿਬ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੇ ਆਪਣੇ ਆਪ ਹੀ ਦਿਮਾਗ ਵਿੱਚ ਇੱਕ ਚਿੱਤਰ ਸਾਹਮਣੇ ਆ ਜਾਏਗਾ। ਚਾਰੇ ਪਾਸੇ ਪਵਿੱਤਰ ਸਰੋਵਰ ਦਾ ਜਲ, ਉਹਦੇ ਵਿਚਕਾਰ ਇੱਕ ਸੋਨੇ ਨਾਲ ਢਕੀ ਹੋਈ ਇਮਾਰਤ, ਔਰ ਉਸ ਇਮਾਰਤ ਵਿੱਚੋਂ ਆ ਰਹੀ ਕੀਰਤਨ ਦੀ ਮਧੁਰ ਆਵਾਜ਼, ਔਰ ਉਸ ਕੀਰਤਨ ਦੀ ਆਵਾਜ਼ ਵਿੱਚ ਖੋਏ ਹੋਏ ਸ਼ਰਧਾਲੂ ਜੋ ਉੱਥੇ 2-2 3-3 ਘੰਟੇ ਲਾਈਨ ਲਗਾ ਕੇ ਵੀ ਥੱਕਦੇ ਨਹੀਂ ਹਨ। ਇੱਕ ਨਾਮ ਆਇਆ ਹਰਿਮੰਦਰ ਸਾਹਿਬ, ਔਰ ਬੰਦੇ ਦੇ ਸਾਹਮਣੇ ਉੱਥੋਂ ਦਾ ਨਜ਼ਾਰਾ ਸਾਰਾ ਸਾਹਮਣੇ ਆ ਗਿਆ। ਇਹ ਹੈ ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ। ਤੁਹਾਡਾ ਬੇਟਾ ਅਗਰ ਵਿਦੇਸ਼ ਪੜ੍ਹਨ ਗਿਆ, ਉਹਨੂੰ 2 ਸਾਲ ਹੋ ਗਏ ਨੇ ਵਿਦੇਸ਼ ਗਏ ਨੂੰ, ਉਹਦਾ ਨਾਮ ਕੋਈ ਤੁਹਾਡੇ ਸਾਹਮਣੇ ਜ਼ਿਕਰ ਕਰਦਾ ਹੈ, ਉਹਦੀ ਮੂਰਤ ਤੁਹਾਡੇ ਸਾਹਮਣੇ ਆ ਜਾਂਦੀ ਹੈ। ਇਸ ਵਕਤ ਬੇਟਾ ਪਾਣੀ ਮੰਗਦਾ ਸੀ, ਇਸ ਵਕਤ ਕੱਪੜੇ ਮੰਗਦਾ ਸੀ, ਇਸ ਵਕਤ ਪੈਸੇ ਮੰਗਦਾ ਸੀ, ਇਸ ਟਾਈਮ ਖੇਡਣ ਚਲਾ ਜਾਂਦਾ ਸੀ, ਇਸ ਟਾਈਮ ਸੌਣ ਚਲਾ ਜਾਂਦਾ ਸੀ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ। ਇੱਕ ਬੇਟੇ ਦਾ ਨਾਮ ਯਾਦ ਆਇਆ, ਉਹਦਾ ਜੀਵਨ ਸਾਰਾ ਸਾਹਮਣੇ ਆ ਗਿਆ, ਉਹਦਾ ਚਿੱਤਰਨ ਸਾਰਾ ਸਾਹਮਣੇ ਆ ਗਿਆ। ਚਿੱਤ ਸਿਮਰਨ ਕਰੋ, ਇਹਨੂੰ ਕਹਿੰਦੇ ਨੇ ਨੈਣ ਅਵਲੋਕਨੋ। ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ, ਤੁਸੀਂ ਜੰਗਲ ਨੂੰ ਚਿੱਤ ਕੀਤਾ, ਚਿੱਤ ਵਿੱਚ ਜੰਗਲ ਆਇਆ, ਜੰਗਲ ਦਾ ਦ੍ਰਿਸ਼ ਸਾਹਮਣੇ ਆ ਗਿਆ। ਚਿੱਤ ਵਿੱਚ ਜੰਗਲੀ ਜਾਨਵਰ ਆਏ, ਜੰਗਲੀ ਜਾਨਵਰਾਂ ਦੇ ਦ੍ਰਿਸ਼ ਸਾਹਮਣੇ ਆ ਗਏ। ਚਿੱਤ ਵਿੱਚ ਬਾਰਿਸ਼ ਦਾ ਜ਼ਿਕਰ ਹੋਇਆ, ਬਾਰਿਸ਼ ਦੀ ਯਾਦ ਆਈ, ਬਾਰਿਸ਼ ਦਾ ਮਾਹੌਲ ਸਾਹਮਣੇ ਆ ਗਿਆ। ਚਿੱਤ ਵਿੱਚ ਹਰਿਮੰਦਰ ਸਾਹਿਬ ਦਾ ਜ਼ਿਕਰ ਆਇਆ, ਹਰਿਮੰਦਰ ਸਾਹਿਬ ਦੀ ਮੂਰਤ ਸਾਹਮਣੇ ਆ ਗਈ, ਉੱਥੋਂ ਦਾ ਮਾਹੌਲ ਸਾਹਮਣੇ ਆ ਗਿਆ। ਜਦੋਂ ਅਸੀਂ ਚਿੱਤ ਵਿੱਚ ਵਾਹਿਗੁਰੂ ਕਹਿੰਦੇ ਹਾਂ, ਉਹ ਸਾਹਮਣੇ ਕਿਉਂ ਨਹੀਂ ਆਉਂਦਾ?
ਵਾਹਿਗੁਰੂ ਦਾ ਨਾਮ 1000 ਵਾਰੀ ਲੈਂਦੇ ਆ, ਬੜੀ ਦੁਨੀਆ ਵਾਹਿਗੁਰੂ ਵਾਹਿਗੁਰੂ ਕਰਦੀ ਪਈ ਹੈ। ਇਹਨੂੰ ਮੈਂ ਥੋੜਾ ਜਿਹਾ ਹੋਰ ਫੈਲਾ ਦਿਆਂ, ਇੱਕ ਪਾਸੇ ਸੀਮਤ ਨਾ ਰੱਖਾਂ, ਕਿਉਂਕਿ ਬਾਣੀ ਦਾ ਉਪਦੇਸ਼ ਜਿਹੜਾ ਹੈ ਨਾ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਬੜੀ ਦੁਨੀਆ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਕਿਉਂ ਨਹੀਂ ਸਾਹਮਣੇ ਆਉਂਦਾ, ਦਿਖਾਈ ਕਿਉਂ ਨਹੀਂ ਪੈਂਦਾ? ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਰਵਿਦਾਸ ਜੀ ਨੂੰ ਦਿਖਾਈ ਵੀ ਦਿੰਦਾ ਹੈ, ਯਾਦ ਕਰਦੇ ਨੇ, ਸਾਨੂੰ ਕਿਉਂ ਨਹੀਂ ਦਿਖਾਈ ਦਿੰਦਾ? ਦੁਨੀਆ ਰਾਮ ਰਾਮ ਕਰਦੀ ਹੈ। ਕਿਤਨੇ ਵਿਅਕਤੀ ਨੇ ਇਸ ਦੇਸ਼ ਵਿੱਚ ਸਭ ਤੋਂ ਜ਼ਿਆਦਾ ਰਾਮ ਨਾਮ ਲੇਵਾ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਭ ਤੋਂ ਜ਼ਿਆਦਾ ਵਾਰੀ ਰਾਮ ਦਾ ਨਾਮ ਹੈ। ਅਗਰ ਰਾਮ ਦਾ ਨਾਮ ਯਾਦ ਆਉਂਦਾ ਹੈ, ਰਾਮ ਦਾ ਜ਼ਿਕਰ ਹੁੰਦਾ ਹੈ, ਤੇ ਰਮਿਆ ਹੋਇਆ ਉਹ ਪ੍ਰਮਾਤਮਾ ਸਾਹਮਣੇ ਕਿਉਂ ਨਹੀਂ ਆਉਂਦਾ, ਦਿਖਾਈ ਕਿਉਂ ਨਹੀਂ ਦਿੰਦਾ? ਰਵਿਦਾਸ ਜੀ ਕਹਿੰਦੇ ਨੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਅੱਖਾਂ ਨਾਲ ਦਿਖਾਈ ਵੀ ਦਿੰਦਾ, ਪਰ ਸਾਨੂੰ ਕਿਉਂ ਨਹੀਂ? ਅੱਲਾ ਅੱਲਾ ਕਹਿਣ ਵਾਲੇ ਬੜੇ ਨੇ, ਪਰ ਅੱਲਾ ਦੀ ਯਾਦ ਕਰਨ ਵਾਲਿਆਂ ਨੂੰ ਅੱਲਾ ਨੈਣ ਅਵਲੋਕਨੋਂ ਕਿਉਂ ਨਹੀਂ ਹੁੰਦਾ, ਦਿਖਾਈ ਕਿਉਂ ਨਹੀਂ ਦਿੰਦਾ? ਗੋਡ ਗੋਡ ਕਰਨ ਵਾਲੇ ਬੜੇ ਨੇ, ਹਰ ਗੱਲ ਦੇ ਉੱਤੇ ਗੋਡ ਨੂੰ ਵਿੱਚ ਲੈ ਆਉਂਦੇ ਨੇ, ਬਾਏ ਗੋਡ ਕਸਮ ਖਾਂਦੇ ਨੇ ਗੋਡ ਦੀ। ਅੱਜ ਕੱਲ੍ਹ ਆਪਾਂ ਵੀ ਕਰਨ ਲੱਗ ਪਏ ਹਾਂ, ਸਭ ਵਾਹਿਗੁਰੂ ਭੁੱਲ ਗਿਆ, ਰਾਮ ਭੁੱਲ ਗਿਆ, ਅੱਲਾ ਭੁੱਲ ਗਿਆ, ਬਾਏ ਗੋਡ। ਅੰਗਰੇਜ਼ੀ ਨੇ ਐਸਾ ਨਸ਼ਾ ਛਾ ਦਿੱਤਾ, ਧਰਮ ਹੀ ਭੁੱਲ ਗਿਆ ਆਪਣਾ। ਮੈਂ ਇਹ ਨਹੀਂ ਕਹਿ ਰਿਹਾ ਗੋਡ ਕਹਿਣਾ ਮਾੜਾ ਹੈ, ਪਰ ਕਸਮ ਵੀ ਖਾਣੀ ਹੈ, ਤੇ ਜਿਹਨੂੰ ਮੰਨਦੇ ਉਹਦੀ ਖਾਓ ਨਾ। ਹਾਲਾਂਕਿ ਨੁਕਸਾਨ ਕੋਈ ਨਹੀਂ ਹੈ, ਪਰ ਭਾਸ਼ਾ ਜਿੰਨਾ ਪ੍ਰਭਾਵ ਕਿਵੇਂ ਪਾਉਂਦੀ ਹੈ। ਜਿਸ ਬੰਦੇ ਨੇ ਕਹਿਣਾ ਹੈ ਰਾਮ ਦੀ ਕਸਮ, ਉਹ ਕਹਿੰਦਾ ਬਾਏ ਗੋਡ, ਜਿਹਨੇ ਅੱਲਾ ਕਹਿਣਾ ਉਹ ਵੀ ਕਹਿੰਦਾ ਬਾਏ ਗੋਡ, ਜਿਹਨੇ ਵਾਹਿਗੁਰੂ ਕਹਿਣਾ ਉਹ ਵੀ ਕਹਿੰਦਾ ਬਾਏ ਗੋਡ। ਭਾਸ਼ਾ ਕਿੱਥੇ ਸਾਨੂੰ ਖਿੱਚ ਕੇ ਲਿਆਂਦੀ? ਵੈਸੇ ਭਾਸ਼ਾ ਇੱਕ ਵੀ ਕਰ ਦਿੰਦੀ ਹੈ ਪਰਮਾਤਮਾ ਇੱਕ ਹੀ, ਲੇਕਿਨ ਭਾਸ਼ਾ ਕਿਸ ਤਰ੍ਹਾਂ ਸਾਨੂੰ ਵਿਸਥਾਰ ਵਿੱਚ ਲੈ ਜਾਂਦੀ ਹੈ ਔਰ ਫਿਰ ਇੱਕ ਵੀ ਕਰ ਦਿੰਦੀ ਹੈ। ਖੈਰ, ਜਦੋਂ ਗੋਡ ਕਹਿੰਦੇ ਆ, ਗੋਡ ਦਿਖਾਈ ਕਿਉਂ ਨਹੀਂ ਦਿੰਦਾ? ਵਾਹਿਗੁਰੂ ਕਹਿੰਦੇ ਆ, ਵਾਹਿਗੁਰੂ ਦਿਖਾਈ ਕਿਉਂ ਨਹੀਂ ਦਿੰਦਾ? ਅੱਲਾ ਕਹਿੰਦੇ ਆ, ਅੱਲਾ ਦਿਖਾਈ ਕਿਉਂ ਨਹੀਂ ਦਿੰਦਾ? ਰਾਮ ਕਹਿੰਦੇ ਆ, ਰਾਮ ਦਿਖਾਈ ਕਿਉਂ ਨਹੀਂ ਦਿੰਦਾ? ਰਵਿਦਾਸ ਜੀ ਕਹਿੰਦੇ ਨੇ, ਮੈਂ ਜਦੋਂ ਚਿੱਤ ਵਿੱਚ ਸਿਮਰਨ ਕਰਦਾ ਹਾਂ, ਮੈਂ ਅੱਖਾਂ ਨਾਲ ਦੇਖਦਾ ਵੀ ਹਾਂ। ਭਰਾ ਨੂੰ ਯਾਦ ਕਰਦੇ ਹੋ, ਭਰਾ ਦਿਖਾਈ ਪੈ ਜਾਂਦਾ ਕੈਸਾ ਹੈ, ਮੇਰੇ ਤੋਂ 2 ਇੰਚ ਲੰਬਾ ਹੈ, ਤਗੜਾ ਹੈ, ਸਿਹਤ ਵਿੱਚ, ਦੇਖਣ ਵਿੱਚ ਸੋਹਣਾ ਹੈ, ਹਰ ਚੀਜ਼ ਉਹਦੀ ਸਾਹਮਣੇ ਆ ਜਾਂਦੀ ਹੈ। ਰੱਬ ਦਾ ਚਿੱਤਰ ਸਾਹਮਣੇ ਕਿਉਂ ਨਹੀਂ ਆਉਂਦਾ? ਔਰ ਇਹ ਸਵਾਲ ਇਸ ਲਈ ਖੜਾ ਹੋ ਰਿਹਾ ਕਿ ਰਵਿਦਾਸ ਜੀ ਨੂੰ ਦਿਖਾਈ ਦਿੰਦਾ ਹੈ ਪ੍ਰਮਾਤਮਾ, ਸਾਨੂੰ ਕਿਉਂ ਨਹੀਂ? ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਪਿਆਰਿਓ, ਇਹ ਸਿਮਰਨ ਵੀ ਬੜਾ ਉੱਚ ਦਰਜੇ ਦਾ ਹੈ, ਔਰ ਇਹ ਅੱਖਾਂ ਨਾਲ ਦੇਖਣਾ ਵੀ ਬੜਾ ਉੱਚ ਦਰਜੇ ਦਾ ਹੈ। ਇਹਦੇ ਵਿੱਚ ਰੱਬ ਦੇ ਦੀਦਾਰ ਵੀ ਬੜੇ ਨਿਰਾਲੇ ਹਨ। ਇਹ ਨਹੀਂ ਕਿ ਸਿਰਫ ਦੁਨਿਆਵੀ ਚੀਜ਼ ਦੇ ਵਿੱਚ ਅਸੀਂ ਕੇਵਲ 2 ਪਲ ਲਈ ਜ਼ਿਕਰ ਕਰ ਲਿਆ ਪ੍ਰਮਾਤਮਾ ਦਾ ਤੇ ਸੋਚਿਆ ਕਿ ਬਹੁਤ ਵੱਡੀ ਗੱਲ ਹੋ ਗਈ ਹੈ, ਜਾਂ ਬੜੇ ਵੱਡੇ ਧਾਰਮਿਕ ਵਿਅਕਤੀ ਬਣ ਗਏ ਆ। ਕੇਵਲ ਗੱਲਾਂ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ, ਕੇਵਲ ਕਹਿ ਕੇ ਪ੍ਰਮਾਤਮਾ ਨੂੰ ਨਹੀਂ ਪਾਇਆ। ਲੱਖਾਂ ਵਾਰੀ ਕੋਈ ਵਾਹਿਗੁਰੂ ਵਾਹਿਗੁਰੂ ਕਰ ਲੈ, ਜਦ ਤੱਕ ਚਿੱਤ ਵਿੱਚ ਸਿਮਰਨ ਨਹੀਂ ਹੋਏਗਾ ਨਾ, ਦਿਖਾਈ ਦੇਗਾ ਹੀ ਨਹੀਂ, ਕਿਉਂਕਿ ਚਿੱਤ ਵਿੱਚ ਨਹੀਂ ਹੈ, ਸਿਰਫ ਜ਼ੁਬਾਨ ਤੇ ਹੈ। ਔਰ ਜੋ ਚੀਜ਼ ਸਿਰਫ ਜ਼ੁਬਾਨ ਤੇ ਹੈ, ਉਹ ਤਾਂ ਜ਼ੁਬਾਨ ਨੇ ਕੀਤੀ ਹੈ। ਪ੍ਰਮਾਤਮਾ ਤਾਂ ਚਿੱਤ ਵਿੱਚ ਸਿਮਰਨ ਕੀਤਾ ਗਿਆ ਹੋਵੇ ਤਾਂ। ਬਾਣੀ ਦਾ ਬਚਨ ਪੜ੍ਹਦਿਆਂ ਸੱਚੇ ਪਾਤਸ਼ਾਹ ਦਾ ਗੱਲ ਸਪਸ਼ਟ ਹੋ ਜਾਏ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ। ਗੱਲ ਤਾਂ ਇੱਕ ਛਿਨ ਵਿੱਚ ਬਣ ਜਾਏ, ਪਰ ਗੱਲ ਪਹਿਲਾਂ ਚਿੱਤ ਦੀ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਦਿਖਾਈ ਤਾਂ ਦੇਗਾ ਜੇ ਚਿੱਤ ਵਿੱਚੋਂ ਯਾਦ ਕੀਤਾ ਹੋਵੇ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਫਿਰ ਏਕ ਚਿੱਤ ਜੇ ਇੱਕ ਛਿਨ ਧਿਆਇਓ, ਉੱਥੇ ਸਫਲਤਾ ਹੈ। ਔਰ ਇੱਥੇ ਪੂਰੀ ਪੂਰੀ ਉਮਰ ਬੀਤ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ। ਕੋਈ ਬੜੇ ਸਹਿਜ ਵਿੱਚ ਕਰਦਾ, ਪਿਆਰ ਨਾਲ ਹੌਲੀ ਹੌਲੀ, ਕੋਈ ਚੀਖ ਚੀਖ ਕੇ ਵੀ ਕਰਦੇ ਨੇ, ਕੋਈ ਮਨ ਵਿੱਚ ਕਰਦੇ ਨੇ, ਕੋਈ ਗਲੇ ਵਿੱਚ ਕਰਦਾ। ਤਰੀਕੇ ਦੱਸਦੇ ਨੇ, ਢੰਗ ਦੱਸਦੇ ਨੇ, ਇੰਜ ਕਰ ਲਓ, ਇੰਜ ਕਰ ਲਓ, ਗਲੇ ਵਿੱਚ ਕਹੋ, ਕੋਈ ਕਹਿੰਦਾ ਨੱਕ ਵਿੱਚ ਬੋਲੋ, ਕੋਈ ਕਹਿੰਦਾ ਮੂੰਹ ਨਾਲ ਬੋਲੋ, ਕੋਈ ਜ਼ਬਾਨ ਨਾਲ ਬੋਲੋ। ਤਰੀਕੇ ਜਿੰਨੇ ਮਰਜ਼ੀ ਹੋਣ, ਅਵਸਥਾ ਇੱਕ ਹੋਵੇ। ਅਵਸਥਾ, ਭਾਵਨਾ ਇੱਕ ਹੋਣੀ ਚਾਹੀਦੀ ਹੈ। ਇੱਕ ਚਿੱਤ ਜੇ ਇੱਕ ਛਿਨ ਧਿਆਇਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਸਿਧਾਂਤ ਸਾਨੂੰ ਦੱਸਦਾ ਹੈ
क्यों सानू याद नहीं आउंदा? क्योंकि जो सिर्फ जुबान तक है ना, जो चीज़ जुबान ते है, तो एक नियम आप सामने रखते हैं, जो चीज़ जुबान तक जाती है ना उन्होंने बाहर कढ़ सकते हो, थुक सकते हो, उन्होंने बाहर कढ़िया जा सकता, जे अंदर नहीं गई है वो चीज़। जिवें ब्रश करते हो, दातन करते हो, या मूँह दे विच कोई छालियां दी दवाई लगाते हो, अंदर नहीं करते, उसनों लंघाउंदे नहीं आप अपने अंदर, उसनों गले तो थल्ले नहीं उतरती, सिर्फ बाहरी तौर पर जुबान ते प्रभाव पाउंदी है। दातन कौड़ी पता चलती है, लेकिन दातन नूं असीं निगलते नहीं हैं। किते ना किते असीं जो बाणी है ना, इनू सिर्फ जुबान तक सीमित कर लिया है। एक गाथा आप सामने रख दें, गल पूरी तरह स्पष्ट हो जाए। गुरु गोबिंद सिंह जी महाराज नूं गुरसिखां ने पूछ लिया, सच्चे पातशाह जी, ये जो चित जोड़ के बाणी पढ़न की गल की गई है, नाम जपण का उपदेश दिता है महाराज ने कि प्रभु की उस्तत करो संत मीत सावधान, एकाग्र चीत चित सिमरन करो। सावधान एकाग्र चित करना है, क्यों आख्या गया है? जुबान करके बहुत बोल लेंगे हाँ कि ये दिन इतना काफ़ी नहीं है। सतगुरु ने क्या समा आएगा जवाब देंगे। हुण समा आउंदा नहीं, कई बार समा बनाना पैंदा। समा बनाया गुरु साहब ने, काम चल रहा सी सेवा दा, एक दिन हुक्म कर दिता अज किसी ने प्रसादा नहीं छकना, नहीं छकिया किसी ने भी। काम चलता रहा, सेवा चलती रही, कोई इट्टां ढो रहा, कोई सरिया, कोई लोहा, कोई मिट्टी ढोण ते लग गया। दोपहर तक सेवा करते रहे, शरीर थक के चूर हो गया। मेहनत करन तो बाद तुसीं भी जानते हो भुख बड़ी लगती है, इन्नी भुख लगती है कि गला सुकन लग पैंदा। सतगुरु का हुक्म से पानी तक नहीं पीना, नहीं पीता, किसी ने हुक्म मन्निया। अज की तरह नहीं सन, पुरातन सिखां की शरधा ही बड़ी सी, गुरु का हुक्म अगर मौत का भी होवे तो मरण नूं तैयार हो जाते सन। ये तो सिर्फ कहा सी भी प्रसादा नहीं छकना एक वक्त, उन्हें नहीं छकिया, गला सुकन लग पिया। सतगुरु कहते हुण पानी नहीं पीना, दुध मंगाया जाएगा सारिਆਂ ਲਈ। दुध मंगाया गया, ਉਹਦੇ ਚ मिठा पवा दिता सारिਆਂ ਨੂੰ, छन्ने भर के, उस वेले गिलास नहीं छन्ने, बाटे जिन्हों कह लिए, छन्ने भर के दिते गए, ठंडा करके कह इनू छकना है। गुरु साहब ने हुक्म किया किसी ने गले तो थल्ले नहीं उतारना, करूड़ियां कढ़ के बाहर कर देना। बड़ी अनोखी विधि सी, की करन गुरु साहब का हुक्म सी। सब ने घुट भरिया, घुट भर के और बाहर करूड़ी कर दी। सारा दुध इस तरह बाहर सुट दिता गया। गुरु साहब ने पूछा दुध मिठा सी? सिख कहन लगे पातशाह जी हाँ मिठा सी। स्वाद आया, उस विच रस बड़ा आया, क्योंकि जुबान तक जो चीज जाएगी, जुबान नूं चाहिदा रस, रस मिलिया। पातशाह जी ने कहा दुध प्योर सी ना? कहते हाँ पातशाह जी दुध प्योर सी, बहुत अच्छा दुध सी, किसी ने बड़ी श्रद्धा सत्कार दे नाल बनाया सी। कहते फिर भुख मिट गई, भुख मिट गई होएगी। सिख कहणगे सतगुरु कौतक तुहाडा, तुसीं जाणो, पर भुख ते तां मिटनी है ना जे अंदर जावेगा। तुसीं हुक्म कीता सी करूली करनी है, जुबान तक ले जाके बाहर कढ़ देना है इसनूं। ते सतगुरां ने आख्या बाणी प्रति तुसीं सवाल कीता सी, नाम जपण प्रति सवाल कीता सी कि नाम जपना चित करके क्यों जरूरी है। प्यारिओ नाम जपना चित करके इसलिए जरूरी क्योंकि जो कुछ चित करके हुंदा है उही परमात्मा के दर ते प्रवान है। बाकी जो जुबान करती है ना, जुबान का कीता होया ते असीं बाहर कढ़ दिंदे आ। जो जुबान करती है, बहुत कुछ जो जुबान करती असीं बाहर कढ़ दिंदे आ। केवल ते केवल जुबान नाल जपिया होया नाम मुक्ति नहीं दिवांदा। सिर्फ जुबान तक जो नाम जपिया जाए उहदे नाल परमात्मा के दर्शन नहीं हुंदे। रविदास जी कहंदे ने इसलिए जुबान तक सीमित नहीं रहना। ये ना समझना कि जुबान नाल कहना भी व्यर्थ है,
ਜਿਹੜੇ ਜ਼ੁਬਾਨ ਤੱਕ ਆਏ ਨੇ ਮੁਬਾਰਕ, ਪਰ ਇਸ ਤੋਂ ਅੱਗੇ ਵੀ ਵਧਣਾ ਹੈ ਨਾ। ਸਿਰਫ ਜ਼ੁਬਾਨ ਤੱਕ ਸੀਮਤ ਰਹਿ ਕੇ ਇਸ ਦਾਇਰੇ ਨੂੰ ਖਤਮ ਨਹੀਂ ਕਰ ਦੇਣਾ। ਗੱਲ ਜ਼ੁਬਾਨ ਤੋਂ ਵੀ ਅੱਗੇ ਜਾਏਗੀ ਜਦ ਜਪਿਆ ਹੋਇਆ ਨਾਮ ਚਿੱਤ ਵਿੱਚ ਪਹੁੰਚ ਜਾਏ। ਚਿੱਤ ਵਿੱਚ ਜਦ ਨਾਮ ਪਹੁੰਚਦਾ ਹੈ ਉਦੋਂ ਫਿਰ ਅੱਖਾਂ ਨਾਲ ਦਿਖਾਈ ਵੀ ਪੈਣ ਲੱਗ ਪੈਂਦਾ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਜਦੋਂ ਨੈਣਾ ਨੇ ਨਾਲ ਆਪਾਂ ਦੇਖਣ ਲੱਗ ਪਾਂਗੇ ਤੇ ਸਮਝੋ ਸਿਮਰਨ ਜਿਹੜਾ ਹੈ ਉਹ ਜ਼ੁਬਾਨ ਤੱਕ ਨਹੀਂ ਰਿਹਾ, ਚਿੱਤ ਤੱਕ ਪਹੁੰਚ ਗਿਆ ਹੈ। ਔਰ ਧਰਮ ਦੀ ਯਾਤਰਾ ਦੀ ਇਹੀ ਸਫਲਤਾ ਹੈ। ਚਿੱਤ ਨਾਲ ਕੀਤਾ ਹੋਇਆ ਸਿਮਰਨ ਤਾਂ ਇੱਕ ਛਿਨ ਦਾ ਬਹੁਤ ਹੈ, ਇੱਕ ਪਲ ਦਾ ਬਹੁਤ ਹੈ। ਚਿੱਤ ਕਰਕੇ ਕੀਤਾ ਹੋਇਆ ਸਿਮਰਨ ਤੇ ਇੱਕ ਅੱਖਰ ਵੀ ਕੋਈ ਕਹਿ ਦੇਵੇ ਉਤਨੇ ਦੇ ਵਿੱਚ ਹੀ ਸਫਲਤਾ ਹੋ ਜਾਂਦੀ ਹੈ। ਉਹਨੇ ਵਿੱਚ ਗੱਲ ਹੀ ਸਾਰੀ ਚਿੱਤ ਦੀ ਹੈ, ਲੇਕਿਨ ਮਨੁੱਖ ਦਾ ਤੇ ਚਿੱਤ ਹੀ ਭਟਕਿਆ ਪਿਆ, ਹੋਰ ਪਾਸੇ ਲੱਗਾ ਹੋਇਆ। ਇਹ ਸਵਾਲ ਕਿਸੇ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਕੀਤਾ, ਕਿਵੇਂ ਚਿੱਤ ਜੋੜੀਏ? ਕੋਈ ਰੋਲ ਮਾਡਲ ਨਹੀਂ ਮਿਲਦਾ, ਕੋਈ ਦਿਖਾਈ ਨਹੀਂ ਪੈਂਦਾ ਜਿਸ ਦੀ ਤਰ੍ਹਾਂ ਆਪਣਾ ਚਿੱਤ ਜੋੜ ਸਕੀਏ। ਭਾਈ ਗੁਰਦਾਸ ਜੀ ਨੇ ਇੰਨੀ ਵਧੀਆ ਉਦਾਹਰਣ ਦਿੱਤੀ, ਕਹਿੰਦੇ ਇਨਸਾਨਾਂ ਵਿੱਚੋਂ ਤੇ ਨਹੀਂ ਮਿਲੇਗੀ ਚਿੱਤ ਦੀ ਉਦਾਹਰਣ। ਕਹਿੰਦੇ ਕੁਝ ਪਸ਼ੂ ਪੰਛੀਆਂ ਤੋਂ ਉਦਾਹਰਣ ਲੈ ਲਈਏ। ਉਹਨਾਂ ਨੇ ਸਭ ਤੋਂ ਪਹਿਲਾਂ ਚਿੱਤ ਦੇ ਧਿਆਨ ਜੋੜਨ ਦੀ ਜੋ ਉਦਾਹਰਣ ਦਿੱਤੀ, ਉਹਨਾਂ ਦੇ ਪਾਵਨ ਬਚਨ ਸਨ। ਹਾਲਾਂਕਿ ਪੌੜੀ ਕਾਫੀ ਵੱਡੀ ਹੈ, ਪਰ ਇਹਦੇ ਚੋਂ ਮੈਂ ਉਹਦੀਆਂ ਬਸ 3 ਲਾਈਨਾਂ ਆਪ ਸਾਹਮਣੇ ਰੱਖਣੀਆਂ ਨੇ ਜੋ ਅੱਜ ਦੇ ਪ੍ਰਕਰਣ ਮੁਤਾਬਕ ਨੇ। ਧਿਆਨ, ਸਿਮਰਨ ਤੇ ਗਿਆਨ। ਕੰਨਾਂ ਰਾਹੀਂ ਅਸੀਂ ਗਿਆਨ ਹਾਸਲ ਕਰਦੇ ਹਾਂ, ਅੱਖਾਂ ਰਾਹੀਂ ਅਸੀਂ ਦੇਖਦੇ ਹਾਂ, ਚਿੱਤ ਰਾਹੀਂ ਸਿਮਰਨ ਕਰਦੇ ਹਾਂ। ਇਹ ਤਿੰਨੋਂ ਸਿਧਾਂਤ ਕਿਵੇਂ ਭਾਈ ਗੁਰਦਾਸ ਸਾਹਿਬ ਨੇ ਸਮਝਾਏ? ਕਹਿੰਦੇ ਕੱਛੂ ਆਂਡਾ ਸੇਵਦਾ, ਜਲ ਬਾਹਰ ਤਰ ਧਿਆਨ ਧਰਨ ਦਾ। ਕੱਛੂ, ਕਛੂਆ ਜਿਸ ਨੂੰ ਕਹਿੰਦੇ ਆ, ਇਹ ਜਦੋਂ ਆਪਣੇ ਆਂਡੇ ਦੇਣ ਆਉਂਦਾ ਸਮੁੰਦਰ ਵਿੱਚ ਰਹਿੰਦਾ, ਬਾਹਰ ਵੀ ਰਹਿ ਸਕਦਾ, ਦੋਨੇ ਪਾਸੇ ਰਹਿੰਦਾ। ਇਹਨੂੰ ਗੁਰਮੁਖ ਵਿਰਤੀ ਕਹਿੰਦੇ ਨੇ। ਗੁਰਮੁਖ ਵਿਰਤੀ, ਪਾਣੀ ਵਿੱਚ ਵੀ ਰਹਿ ਲੈਣਾ ਔਰ ਧਰਤੀ ਤੇ ਵੀ ਰਹਿ ਲੈਣਾ, ਨਾ ਪਾਣੀ ਦਾ ਪ੍ਰਭਾਵ ਨਾ ਧਰਤੀ ਦਾ ਪ੍ਰਭਾਵ। ਜਿਵੇਂ ਮੁਰਗਾਬੀ ਰਹਿੰਦੀ ਹੈ, ਯਾਨੀ ਮਾਇਆ ਵਿੱਚ ਵੀ ਸਿੱਖ ਰਵੇ, ਤਦ ਵੀ ਧਿਆਨ ਪ੍ਰਮਾਤਮਾ ਨਾਲ, ਔਰ ਪ੍ਰਮਾਤਮਾ ਨਾਲ ਜੁੜਿਆ ਫਿਰ ਤੇ ਹੈ ਹੀ ਉਹਨਾਂ ਵਿੱਚ। ਕੁਸੰਗੀਆਂ ਵਿੱਚ ਵੀ ਚਲਾ ਜਾਏ ਨਾ ਤੇ ਗੁਰਮੁਖ ਪਿਆਰੇ ਆਪਣਾ ਸੁਭਾਅ ਨਹੀਂ ਛੱਡਦੇ। ਜਿਵੇਂ ਕੱਛੂ ਹੈ, ਪਾਣੀ ਵਿੱਚ ਚਲਾ ਗਿਆ, ਇਹ ਨਹੀਂ ਕਿ ਦਮ ਘੁੱਟ ਕੇ ਮਰ ਜਾਏਗਾ, ਉੱਥੇ ਨਹੀਂ ਮਰਦਾ ਉਹ। ਜਿਹੜਾ ਸੱਚਾ ਇਨਸਾਨ ਹੈ ਉਹ ਔਗਣਿਆਂ ਵਿੱਚ, ਗੁਨਾਹਗਾਰਾਂ ਵਿੱਚ ਵੀ ਜਾ ਕੇ ਜੀਵਿਤ ਰਹਿੰਦਾ ਹੈ। ਤੇ ਕੱਛੂ ਤੋਂ ਧਿਆਨ ਦੀ ਵਿਧੀ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਕੱਛੂ ਆਂਡਾ ਸੇਵਦਾ, ਜਲ ਬਾਹਰ ਤਰ ਧਿਆਨ ਧਰਨ ਦਾ। ਕੱਛੂ ਬਰੇਤੇ ਵਿੱਚ ਸਮੁੰਦਰ ਦੇ ਕਿਨਾਰੇ ਰੇਤੇ ਦੇ ਖੱਡੇ ਖੋਦ ਕੇ ਉਹਦੇ ਵਿੱਚ ਆਂਡੇ ਦੇ ਦਿੰਦਾ ਕਛੂਆ, ਔਰ ਉਸ ਤੋਂ ਬਾਅਦ ਉਹ ਫਿਰ ਵਾਪਸ ਸਮੁੰਦਰ ਵਿੱਚ ਚਲਾ ਜਾਂਦਾ। ਪਰਤ ਕੇ ਕਦੇ ਨਹੀਂ ਦੇਖਦਾ ਕਿ ਮੈਂ ਆਂਡੇ ਕਿੱਥੇ ਦੇ ਕੇ ਆਇਆ, ਕਦੇ ਵੀ ਨਹੀਂ ਦੇਖਦਾ। ਬਸ ਸਮੁੰਦਰ ਵਿੱਚ ਜਾ ਕੇ ਧਿਆਨ ਧਰਦਾ, ਧਿਆਨ ਧਰਦਾ ਉਹ। ਔਰ ਐਸਾ ਵਿਗਿਆਨੀ ਵੀ ਮੰਨਦੇ ਨੇ, ਕਦੇ ਡਿਸਕਵਰੀ ਤੇ ਵੇਖਣਾ ਤੁਹਾਨੂੰ ਉਹ ਦਿਖਾ ਦੇਣਗੇ ਕਿ ਕਿਸ ਤਰ੍ਹਾਂ ਉਹ ਧਿਆਨ ਰੱਖਦੇ ਨੇ। ਵਾਪਸ ਆ ਕੇ ਉਹਨਾਂ ਬਿਲਕੁਲ ਨਹੀਂ ਦੇਖਣਾ, ਪਰ ਧਿਆਨ ਵਿੱਚ ਇੰਨੀ ਤਾਕਤ ਹੈ ਕਿ ਕੱਛੂ ਦੇ ਧਿਆਨ ਦੇ ਸਦਕੇ ਆਂਡਿਆਂ ਨੂੰ ਬਲ ਪਹੁੰਚਦਾ ਹੈ। ਉਹਨਾਂ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਨੇ ਔਰ ਉਹ ਬੱਚੇ ਨਿਕਲ ਕੇ ਆਪਣੀ ਮਾਂ ਨੂੰ ਜਾ ਮਿਲਦੇ ਨੇ। ਜਿੰਨੇ ਵੀ ਬੱਚੇ ਜੀਵਿਤ ਰਹਿ ਜਾਣ ਸਾਰੇ ਆਪਣੀ ਮਾਂ ਨੂੰ ਜਾ ਮਿਲਦੇ ਨੇ ਔਰ ਪਹਿਚਾਣ ਵੀ ਲੈਂਦੇ ਨੇ ਉਹਨਾਂ ਨੂੰ ਜਾ ਕੇ। ਕਦੇ ਵੀ ਕੱਛੂ ਬਾਹਰ ਨਹੀਂ ਆਇਆ, ਨਾ ਆਂਡਿਆਂ ਦੇ ਉੱਤੇ ਆ ਕੇ ਬੈਠਿਆ ਮੁਰਗੀ ਦੀ ਤਰ੍ਹਾਂ। ਪਰ ਹੱਥ ਹੈ, ਕਮਾਲ ਹੈ, ਅਸਚਰਜਤਾ ਭਰੀ ਕੁਦਰਤ ਹੈ ਪ੍ਰਮਾਤਮਾ ਦੀ ਕਿ ਕੱਛੂ ਨੇ ਪਰਤ ਕੇ ਆਂਡਿਆਂ ਨੂੰ ਦੇਖਿਆ ਤੱਕ ਨਹੀਂ, ਪਰ ਕੱਛੂ ਦੇ ਧਿਆਨ ਵਿੱਚ ਇੰਨੀ ਤਾਕਤ ਹੈ ਕਿ ਉਸ ਦੇ ਧਿਆਨ ਨਾਲ ਜੁੜੇ ਹੋਏ ਬੱਚੇ ਉਹਦੇ ਕੋਲ ਜਾ ਕੇ ਪਹੁੰਚ ਗਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਸਿੱਖ ਪਿਆਰਿਆ, ਤੇਰਾ ਧਿਆਨ ਹੋਵੇ ਕਛੂਏ ਵਰਗਾ। ਇਹੋ ਜਿਹਾ ਧਿਆਨ ਕਰ ਕਿ ਤੂੰ ਕਿਤੇ ਵੀ ਚਲਾ ਜਾਏ
ਪਰ ਤੇਰਾ ਧਿਆਨ ਗੁਰੂ ਚਰਨਾਂ ਵਿੱਚ ਜੁੜਿਆ ਰਵੇ ਕਿ ਮੈਂ ਸੰਧਿਆ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਭਰਨੀ ਹੈ। ਤੂੰ ਕਿਤੇ ਵੀ ਹੋਵੇਂ ਪਰ ਤੇਰੇ ਧਿਆਨ ਵਿੱਚ ਹੋਵੇ ਮੈਂ ਸ਼ਾਮਾਂ ਨੂੰ ਉੱਥੇ ਪਹੁੰਚਣਾ ਹੈ। ਤੂੰ ਸਾਰੀ ਰਾਤ ਭਾਵੇਂ ਕਿੱਡੀ ਵੀ ਗੂੜੀ ਨੀਂਦ ਸੁੱਤਾ ਹੋਵੇਂ ਪਰ ਤੇਰਾ ਧਿਆਨ ਹੋਵੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਨਿਤਨੇਮ ਕਰਨਾ ਹੈ, ਤੇ ਕਦੇ ਵੀ ਫਿਰ ਅਸੀਂ ਗੁਰੂ ਤੋਂ ਦੂਰ ਨਹੀਂ ਹੋਵਾਂਗੇ। ਇਹ ਧਿਆਨ ਹੈ, ਧਿਆਨ ਦੀ ਵਿਧੀ ਹੁੰਦੀ ਹੈ। ਹੋਰ ਨਜ਼ਦੀਕ ਕਰਦੀ ਇਸ ਨੂੰ, ਕਿਸੇ ਨੂੰ ਪਤਾ ਹੋਵੇ ਨਾ ਸਵੇਰੇ ਮੇਰੀ 4 ਵਜੇ ਫਲਾਈਟ ਹੈ, ਹੁਣ ਤੁਸੀਂ ਦੱਸੋ ਮਿਸ ਕਰ ਸਕਦਾ ਉਹ? ਚਾਹੇ ਆਪਣੇ ਘਰ ਦੇ ਅੰਦਰ ਜੇ 4 ਘੜੀਆਂ ਨੇ ਨਾ, 4 ਘੜੀਆਂ ਦੇ ਅਲਾਰਮ ਲਗਾ ਦੇਗਾ, ਲੇਕਿਨ ਸੋਚੇਗਾ ਮੈਂ ਫਲਾਈਟ ਮਿਸ ਨਾ ਕਰ ਦਿਆਂ। ਕਿਸੇ ਤਰ੍ਹਾਂ ਵੀ ਅਗਰ ਇੱਕ ਫਲਾਈਟ ਦੀ ਇੰਨੀ ਪ੍ਰਵਾਹ ਕਰ ਲੈਂਦੇ ਆ, ਉਧਰ ਧਿਆਨ ਜੁੜਿਆ ਜਾਂਦਾ ਵੀ ਸਵੇਰੇ ਜਾਣਾ ਹੈ, ਸਾਰੀ ਰਾਤ ਨੀਂਦ ਨਹੀਂ ਪੈਂਦੀ, ਅਲਾਰਮ ਵੱਜਦੇ ਵੀ ਨਹੀਂ, ਪਹਿਲਾਂ ਹੀ ਉੱਠ ਕੇ ਅਲਾਰਮ ਆਫ ਕਰਨੇ ਆ ਕਿ ਕਿਤੇ ਵੱਜ ਨਾ ਪਵੇ, ਉੱਠਦੇ ਗਏ ਹਾਂ। ਉੱਥੇ ਇੰਨਾ ਧਿਆਨ ਆ ਗਿਆ, ਗੁਰੂ ਦੇ ਨਾਲ ਇੰਨਾ ਧਿਆਨ ਕਿਉਂ ਨਹੀਂ ਆ ਜਾਂਦਾ? ਧਿਆਨ ਦੀ ਤਾਕਤ ਹੈ। ਉਸ ਦਿਨ ਨੀਂਦ ਨਹੀਂ ਪੈਂਦੀ ਜਿਸ ਦਿਨ ਕਿਤੇ ਫਲਾਈਟ ਹੁੰਦੀ ਹੈ, ਜਿਸ ਦਿਨ ਕਿਤੇ ਟ੍ਰੇਨ ਦੀ ਟਿਕਟ ਕਰਵਾਈ ਹੁੰਦੀ ਹੈ, ਨਹੀਂ ਨੀਂਦ ਪੈਂਦੀ, ਜਾਣਾ ਗੱਡੀ ਪਕੜਨੀ ਹੈ, ਉਹ ਤੇ ਚਲੀ ਜਾਏਗੀ। ਪਿਆਰਿਓ ਇਹ ਵੀ ਤੇ ਜ਼ਿੰਦਗੀ ਦੀ ਗੱਡੀ ਚਲੀ ਜਾਏਗੀ, ਇਹ ਵੀ ਤੇ ਮੌਕੇ ਮਿਲੇ ਨੇ 3, ਬਾਲ ਜਵਾਨੀ ਔਰ ਬਿਰਧ ਫੁਨ 3 ਅਵਸਥਾ ਜਾਨ। ਇਹ ਤਿੰਨੋਂ ਅਵਸਥਾਵਾਂ ਨੇ ਔਰ 3 ਗੱਡੀਆਂ ਨੇ, 3 ਸਟੇਸ਼ਨ ਨੇ, 3 ਥਾਂ ਤੇ ਰੁਕਦੀ ਹੈ। ਪਹਿਲੀ ਥਾਂ ਤੇ ਬਚਪਨ ਵਿੱਚ ਗੱਡੀ ਰੁਕਦੀ। ਪਿਆਰਿਆ ਬਚਪਨ ਵਿੱਚ ਸਿਮਰਨ ਕਰ ਲੈ, ਜਿਵੇਂ ਧਰੁਵ ਨੇ ਕੀਤਾ, ਪ੍ਰਹਲਾਦ ਨੇ ਕੀਤਾ, ਬੰਦਾ ਨਹੀਂ ਕਰਦਾ। ਦੂਸਰਾ ਸਟੇਸ਼ਨ ਇਸ ਜ਼ਿੰਦਗੀ ਦਾ ਆਉਂਦਾ ਹੈ ਜਵਾਨੀ। 40 ਸਾਲ ਤੱਕ ਵਿਦਵਾਨ ਮੰਨਦੇ ਨੇ ਪੱਗ ਖਿੱਸੈ 60 ਕੇ ਬੁਢੇਪਾ ਆਵੇ। 60 ਸਾਲ ਤੋਂ ਤਾਂ ਬੁਢੇਪਾ ਸ਼ੁਰੂ ਹੁੰਦਾ ਹੈ, 40 ਸਾਲ ਤੱਕ ਜਵਾਨੀ ਮੰਨੀ ਜਾਂਦੀ ਹੈ, ਪਰ ਬੰਦਾ ਨਹੀਂ ਕਰਦਾ। ਦੂਸਰਾ ਸਟੇਸ਼ਨ ਵੀ ਲੰਘ ਜਾਂਦਾ ਹੈ, ਤੀਸਰਾ ਸਟੇਸ਼ਨ ਹੈ ਬੁਢਾਪੇ ਦਾ, ਪਰ ਬੰਦਾ ਉਹਦੇ ਵਿੱਚ ਵੀ ਸਿਮਰਨ ਨਹੀਂ ਕਰਦਾ। ਉਸ ਤੋਂ ਬਾਅਦ ਤੇ ਪਿਆਰਿਓ ਮੌਤ ਦੀ ਮੰਜ਼ਿਲ ਆਉਂਦੀ ਹੈ, ਫਿਰ ਸਟੇਸ਼ਨ ਕੋਈ ਨਹੀਂ ਆਉਂਦਾ, ਉੱਥੋਂ ਚੜ ਨਹੀਂ ਸਕਦੇ, ਉੱਥੋਂ ਉਤਰਨਾ ਹੁੰਦਾ ਹੈ। ਬੰਦਾ ਉਸ ਵੇਲੇ ਸੋਚਦਾ ਹੁਣ ਕਰਾਂ, ਹੁਣ ਤੇ ਫਿਰ ਤਾਂ ਬਹੁਤ ਦੇਰ ਹੋ ਗਈ ਹੈ। ਧਿਆਨ ਦੀ ਵਿਧੀ ਹੈ। ਅਗਰ ਦੁਨਿਆਵੀ ਗੱਡੀ ਫੜਨੀ ਹੈ ਤੇ ਬੰਦਾ 100 ਉਪਰਾਲੇ ਕਰਦਾ, ਇਤਨਾ ਪ੍ਰਬਲ ਧਿਆਨ ਹੋ ਜਾਂਦਾ ਹੈ, ਗੱਡੀ ਮਿਸ ਨਹੀਂ ਹੁੰਦੀ। ਇੱਥੇ ਗੁਰੂ ਕੋਲ ਅਗਰ ਜੁੜਨਾ ਹੋਵੇ ਬਹੁਤ ਕੁਝ ਮਿਸ ਹੋ ਜਾਂਦਾ ਹੈ, ਨਾ ਨਿਤਨੇਮ ਹੁੰਦਾ, ਨਾ ਸਿਮਰਨ ਹੁੰਦਾ, ਨਾ ਬਾਣੀ ਪੜਦਾ, ਨਾ ਸਤਸੰਗਤ ਕਰਦਾ। ਔਰ ਇਹ ਜ਼ਰੂਰੀ ਕਿਉਂ ਹੈ? ਜ਼ਰਾ ਸੋਚ ਕੇ ਵੇਖੀਏ ਕਿ ਸਾਨੂੰ ਸੁੱਖ ਕਿੰਨੇ ਦਿਨ ਦਾ ਚਾਹੀਦਾ ਹੈ। ਅਗਰ ਕੋਈ ਤੁਹਾਨੂੰ ਸਵਾਲ ਕਰੇ ਪਿਆਰਿਆ ਕਿੰਨੇ ਦਿਨ ਦਾ ਸੁੱਖ ਚਾਹੀਦਾ, ਤੇ ਆਪਾਂ ਕਹਾਂਗੇ ਜੀ ਸਾਰੇ ਸਾਲ ਹੀ ਸੁੱਖ ਦਾ ਬੀਤ ਜਾਏ, ਯਾਨੀ 365 ਦਿਨ ਦਾ ਸੁੱਖ ਚਾਹੀਦਾ ਹੈ ਨਾ, 365 ਦਿਨ ਦਾ। ਹੁਣ 365 ਦਿਨ ਦਾ ਰਾਸ਼ਨ ਤੁਹਾਨੂੰ ਚਾਹੀਦਾ ਹੋਵੇ, ਇੱਕੋ ਵਾਰੀ ਚੁੱਕ ਕੇ ਲੈ ਜਾਓਗੇ? 365 ਦਿਨ ਦਾ ਰਾਸ਼ਨ ਤੁਹਾਨੂੰ ਕਹੀਏ ਮੋਢੇ ਤੇ ਚੁੱਕ ਕੇ ਲੈ ਜਾਓ, ਮਹੀਨੇ ਦਾ ਨਹੀਂ ਚੁੱਕਿਆ ਜਾਣਾ। 1 ਮਹੀਨੇ ਦਾ ਰਾਸ਼ਨ ਆ ਬੰਦਾ ਆਪਣੇ ਮੋਢੇ ਤੇ ਨਹੀਂ ਚੁੱਕ ਸਕਦਾ। ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਵਸਤਰ ਵੀ, ਖਾਣ ਪੀਣ ਦੇ ਪਦਾਰਥ ਵੀ, ਨਹਾਉਣ ਧੋਣ ਲਈ ਪਾਣੀ ਵੀ, ਰਹਿਣ ਲਈ ਮਕਾਨ, ਬਿਸਤਰਾ, ਮੰਜਾ, ਜੋ ਵੀ ਸਾਰਾ ਹੀ ਜਿਤਨਾ ਵੀ ਸਾਜੋ ਸਮਾਨ ਚਾਹੀਦਾ। ਸੁੱਖ ਦੇ ਜਿਤਨੇ ਵੀ ਸਾਧਨ ਬੰਦੇ ਨੂੰ ਚਾਹੀਦੇ ਨੇ। ਜੇ ਸਾਨੂੰ 365 ਦਿਨਾਂ ਦਾ ਸੁੱਖ ਚਾਹੀਦਾ, ਸੁੱਖ ਕਿਹਦੇ ਕੋਲ ਹੈ? ਗੁਰੂ ਕੋਲ। ਆਉਂਦੇ ਕਿੰਨੇ ਦਿਨ? ਹਾਂ, ਇੱਕ ਰਵਾਇਤ ਜੀ ਬਣ ਗਈ ਹੈ, ਕੋਈ ਸੰਗਰਾਂਦ ਦਾ ਦਿਨ ਮਿਥ ਲੈਂਦਾ, ਸੰਗਰਾਂਦ ਦੇ ਸੰਗਰਾਂਦ ਬਸ ਆਉਣਾ। ਇਹਦਾ ਮਤਲਬ ਗੁਰੂ ਕੋਲ ਆ ਰਿਹਾ ਹੈ ਸਾਲ ਵਿੱਚ 12 ਦਿਨ, ਔਰ ਸੁੱਖ ਚਾਹੀਦੇ ਨੇ 365 ਦਿਨ। 365 ਦਿਨ ਦਾ ਸੁੱਖ ਚਾਹੀਦਾ ਹੈ, ਔਰ 365 ਦਿਨਾਂ ਦਾ ਸੁੱਖ ਲੈਣ ਲਈ ਸਿਰਫ 12 ਦਿਨ ਕੱਢਦਾ ਹੈ। 12 ਦਿਨ ਵਿੱਚ 365 ਦਿਨਾਂ ਦਾ ਸੁੱਖ ਢੋ ਲਏਗਾ ਬੰਦਾ? ਜਾਂ ਗੁਰੂ ਸਾਨੂੰ ਸਿਰਫ 1 ਦਿਨ ਆਈਏ ਔਰ ਪੂਰੇ ਮਹੀਨੇ ਦਾ ਸੁੱਖ ਦੇ ਦੇਗਾ? ਕਿਵੇਂ ਦੇ ਦੇਗਾ? ਬਹੁਤੇ ਥੋੜੇ ਹੋਰ ਕਰੀਬ ਆ ਜਾਂਦੇ ਨੇ, ਉਹ ਸੋਚਦੇ ਨੇ ਹਫਤੇ ਦੇ ਹਫਤੇ, ਐਤਵਾਰ ਦੇ ਐਤਵਾਰ ਹੋ ਗਿਆ। ਤੇ ਗੁਰੂ ਨੇ ਵੀ ਤੇ ਵੇਖਣਾ ਹੈ। ਲੇਕਿਨ ਪਿਆਰਿਓ ਖੁਸ਼ਕਿਸਮਤ ਉਹ ਨੇ, ਸਾਰੇ ਸਾਲ ਦੇ ਸੁੱਖ ਵੀ ਮਿਲਦੇ ਨੇ, ਪਰ ਉਹਨਾਂ ਨੂੰ ਜਿਨ੍ਹਾਂ ਦਾ ਜੀਵਨ ਵਿੱਚ ਨਾਗਾ ਨਹੀਂ ਹੁੰਦਾ ਕਦੇ ਵੀ। 365 ਦਿਨਾਂ ਦੇ ਵਿੱਚ ਕਈ ਸ਼ਖਸ ਐਸੇ ਵੀ ਨੇ ਜਿਹੜੇ ਗੁਰੂ ਮਹਾਰਾਜ ਦੇ ਦਰਬਾਰ ਦੀ ਹਾਜ਼ਰੀ 365 ਦਿਨਾਂ ਵਿੱਚ 700 ਵਾਰੀ ਲਗਾ ਜਾਂਦੇ ਨੇ, ਸਵੇਰੇ ਸ਼ਾਮ ਹਾਜ਼ਰੀ।
ਸਵੇਰੇ ਸ਼ਾਮ ਦੀ ਹਾਜ਼ਰੀ ਭਰ ਜਾਂਦੇ ਨੇ। ਸ਼ਰਧਾ ਹੈ, ਸਤਿਕਾਰ ਹੈ, ਪਿਆਰ ਹੈ, ਧਿਆਨ ਰਹਿੰਦਾ ਉਹਨਾਂ ਨੂੰ ਕਿ ਸਾਰਾ ਦਿਨ ਜਿੰਨੇ ਮਰਜ਼ੀ ਕੰਮ ਕੀਤੇ ਨੇ ਪਰ ਸ਼ਾਮ ਨੂੰ ਗੁਰੂ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ। ਇਹ ਹੈ ਧਿਆਨ। ਧਿਆਨ ਵਿੱਚ ਇੰਨੀ ਤਾਕਤ ਹੈ, ਬੰਦਾ ਕਿਤਨੇ ਵੀ ਵੱਡੇ ਕੰਮ ਕਰ ਰਿਹਾ ਹੈ ਪਰ ਉਹਨੂੰ ਪਤਾ ਹੈ ਸ਼ਾਮਾਂ ਨੂੰ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹੁੰਚਣਾ ਹੈ। ਰਾਤ ਜਿੰਨੀ ਮਰਜ਼ੀ ਗੂੜੀ ਨੀਂਦ ਆਈ ਹੋਵੇ, ਕਿੰਨੇ ਵੀ ਭਾਰੀ ਕੰਮ ਕੀਤੇ ਹੋਣ, ਲੇਕਿਨ ਉਹਨੂੰ ਪਤਾ ਹੁੰਦਾ ਸਵੇਰੇ ਸਤਿਗੁਰ ਦੇ ਚਰਨਾਂ 'ਚ ਹਾਜ਼ਰੀ ਦੇਣੀ ਜਾ ਕੇ। ਉਹਨੂੰ ਸੁੱਖ ਜੋ ਚਾਹੀਦੇ ਨੇ, ਉਹਨੂੰ ਪਤਾ ਹੈ ਕਿ ਮੈਂ ਅਗਰ ਨਹੀਂ ਗੁਰੂ ਚਰਨਾਂ ਵਿੱਚ ਗਿਆ ਨਹੀਂ ਸੁੱਖ ਪ੍ਰਾਪਤ ਹੋਣੇ, ਗੁਰੂ ਚਰਨਾਂ ਵਿੱਚ ਸਾਰੇ ਸੁੱਖ ਨੇ। ਧਿਆਨ ਦੀ ਵਿਧੀ ਹੈ, ਸਾਨੂੰ ਗੁਰੂ ਤੋਂ ਦੂਰ ਹੋਣ ਨਹੀਂ ਦਿੰਦੀ। ਹਰ ਵੇਲੇ ਨਜ਼ਰ ਆਉਂਦਾ ਹੈ ਪ੍ਰਮਾਤਮਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਪਾਵਨ ਸ਼ਬਦ ਹੈ ਜਿਹਦੇ ਵਿੱਚ ਗੱਲ ਹੈ ਚਿੱਤ ਸਿਮਰਨ ਕਰੋ। ਚਿੱਤ ਵਿੱਚ ਜਦ ਸਿਮਰਨ ਚੱਲਦਾ ਪ੍ਰਮਾਤਮਾ ਦੂਰ ਹੁੰਦਾ ਹੀ ਨਹੀਂ ਹੈ। ਫਿਰ ਨੈਣ ਅਵਲੋਕਨੋ, ਜਦੋਂ ਚਿੱਤ ਵਿੱਚ ਸਿਮਰਨ ਚੱਲ ਰਿਹਾ ਨਾ ਫਿਰ ਅੱਖਾਂ ਨਾਲ ਵੀ ਪ੍ਰਮਾਤਮਾ ਦਿਖਾਈ ਪੈਂਦਾ ਹੈ। ਨੈਣਾਂ ਦੇ ਨਾਲ ਅਵਲੋਕਿਆ ਜਾਂਦਾ ਹੈ, ਨੈਣਾਂ ਦੇ ਨਾਲ ਵੇਖਿਆ ਜਾਂਦਾ ਹੈ ਪ੍ਰਮਾਤਮਾ। ਨੈਣ ਅਵਲੋਕਨੋ, ਜਦੋਂ ਅੱਖਾਂ ਨਾਲ ਉਸ ਨੂੰ ਵੇਖਦੇ ਹਾਂ। ਇਸੇ ਲਈ ਭਾਈ ਗੁਰਦਾਸ ਸਾਹਿਬ ਨੇ ਕਿਹਾ ਕੱਛੂ ਆਂਡਾ ਸੇਵਦਾ ਜਲ ਬਾਹਰ ਤਰ ਧਿਆਨ ਧਰੰਦਾ। ਉਸ ਤੋਂ ਬਾਅਦ ਦੂਜੀ ਉਦਾਹਰਣ ਉਹਨਾਂ ਨੇ ਲਈ ਕੂੰਜ ਕਰੇਂਦੀ ਸਿਮਰਨ, ਚਿੱਤ ਸਿਮਰਨ ਕਰੋ। ਕਿਸ ਤਰ੍ਹਾਂ ਦਾ ਸਿਮਰਨ ਹੋਵੇ? ਕੂੰਜ ਕਰੇਂਦੀ ਸਿਮਰਨੋਂ ਪੂਰਨ ਬੱਚਾ ਹੋਏ ਉਡੰਦਾ। ਕੂੰਜ ਆਪਣੇ ਆਂਡੇ ਦੇ ਕੇ ਫਿਰ ਨਿਕਲ ਜਾਂਦੀ ਹੈ 7 ਸਮੁੰਦਰ ਪਾਰ। ਕੂੰਜ ਜਿਹੜੀ ਹੈ 7 ਸਮੁੰਦਰ ਪਾਰ ਚਲੀ ਜਾਂਦੀ ਹੈ। ਥੋੜਾ ਬਹੁਤ ਰਸਤਾ ਨਹੀਂ ਹੈ। ਸਾਈਬੇਰੀਆ ਤੋਂ ਜਿਹੜੇ ਪੰਛੀ ਆਉਂਦੇ ਨੇ ਨਾ ਉਹ ਬੜਾ ਲੰਬਾ ਰਸਤਾ ਤੈਅ ਕਰਕੇ ਆਉਂਦੇ ਨੇ ਹਿੰਦੁਸਤਾਨ ਵਿੱਚ। ਬਹੁਤ ਜ਼ਿਆਦਾ ਜਦੋਂ ਉੱਥੇ ਸਰਦੀ ਪੈ ਜਾਏ ਫਿਰ ਉਹ ਇੱਥੇ ਪਹੁੰਚਦੇ ਨੇ ਬਸੰਤ ਦੀ ਰੁੱਤੇ। ਉਸ ਪਾਸੇ ਜਦੋਂ ਬਹੁਤ ਸਰਦੀ ਵੱਧ ਜਾਂਦੀ ਹੈ ਤੇ ਫਿਰ ਉਹ ਇੱਥੇ ਆਪਣਾ ਸਮਾਂ ਪਾਸ ਕਰਨ ਵਾਸਤੇ ਆਉਂਦੇ ਨੇ। ਉਧਰਲੇ ਪਾਸੇ ਆਪਣੇ ਬੱਚੇ ਛੱਡ ਆਉਂਦੇ ਨੇ, ਆਂਡੇ ਛੱਡ ਆਉਂਦੇ ਨੇ। ਲੇਕਿਨ ਸਿਮਰਨ ਕਰਦੇ ਨੇ ਆਪਣੇ ਜ਼ਿਹਨ ਵਿੱਚ। ਉਹ ਸਿਮਰਨ ਦੀ ਇੰਨੀ ਤਾਕਤ ਹੈ ਕਿ ਉਸੇ ਸਿਮਰਨ ਦੀ ਤਾਕਤ ਦੇ ਨਾਲ ਉਹਨਾਂ ਦੇ ਬੱਚੇ ਵੱਡੇ ਹੁੰਦੇ ਨੇ, ਵੱਡੇ ਹੋ ਕੇ ਆਪਣੇ ਮਾਂ-ਬਾਪ ਨੂੰ ਮਿਲ ਜਾਂਦੇ ਨੇ। ਕੂੰਜ ਕਰੇਂਦੀ ਸਿਮਰਨੋਂ ਪੂਰਨ ਬੱਚਾ ਹੋਏ ਉਡੰਦਾ। ਇਹ ਸਿਮਰਨ ਦੀ ਤਾਕਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪਿਆਰਿਆ ਕੂੰਜ ਤੋਂ ਸਿਮਰਨ ਕਰਨਾ ਸਿੱਖ ਲੈ, ਕਛੂਏ ਤੋਂ ਧਿਆਨ ਲਗਾਉਣਾ ਸਿੱਖ ਲੈ। ਇਤਨਾ ਹੀ ਨਹੀਂ, ਭਾਈ ਗੁਰਦਾਸ ਸਾਹਿਬ ਨੇ ਅਗਲੇ ਬੜੇ ਕਮਾਲ ਦੀ ਉਦਾਹਰਣ ਦਿੱਤੀ। ਕਹਿੰਦੇ ਕੋਇਲ ਪਾਲੈ ਕਾਵਣੀ। ਕਾਵਣੀ ਦਾ ਅਰਥ ਹੈ ਕਾਂ ਕੋਇਲ ਨੂੰ ਪਾਲਦਾ। ਜਿਹੜੀ ਕੋਇਲ ਹੈ ਨਾ ਇਹ ਆਪਣਾ ਆਲਣਾ ਨਹੀਂ ਬਣਾਉਂਦੀ, ਆਪਣਾ ਘੋਂਸਲਾ ਨਹੀਂ ਹੁੰਦਾ ਕੋਇਲ ਦਾ। ਜਦੋਂ ਕੋਇਲ ਬੱਚੇ ਦੇਣੇ ਹੁੰਦੇ ਨੇ ਤੇ ਆਂਡੇ ਕਾਂ ਦੇ ਘੋਂਸਲੇ ਵਿੱਚ ਰੱਖ ਦਿੰਦੀ ਹੈ। ਹੁਣ ਕਾਂ ਭੁਲੇਖੇ ਵਿੱਚ ਆਪਣੇ ਸਮਝ ਕੇ ਉਹਨਾਂ ਨੂੰ ਪਾਲਦਾ। ਜਦ ਕੋਇਲ ਦਾ ਆਂਡਾ ਫੁੱਟਦਾ, ਬੱਚਾ ਨਿਕਲਦਾ, ਬੱਚਾ ਬੋਲਦਾ ਨਹੀਂ। ਕਾਂ ਦੇ ਬੱਚੇ ਕਾਂ ਕਾਂ ਕਰਦੇ ਨੇ। ਕਾਂ ਦਾ ਬੱਚਾ ਬੋਲਦਾ ਹੈ ਕਿ ਮੈਨੂੰ ਭੋਜਨ ਚਾਹੀਦਾ, ਕੋਇਲ ਦਾ ਬੱਚਾ ਨਹੀਂ ਬੋਲਦਾ। ਕੋਇਲ ਪਾਲੈ ਕਾਵਣੀ, ਲੇਕਿਨ ਕਾਵਾਂ ਦੇ ਵਿੱਚ ਰਹਿ ਕੇ, ਮਾਫੀ ਚਾਹਨਾ, ਮਨਮੁਖਾਂ ਵਿੱਚ ਰਹਿ ਕੇ ਮਨਮੁਖ ਬਣਨ ਦੀ ਕੀ ਲੋੜ ਹੈ? ਕੋਇਲ ਦੇ ਬੱਚੇ ਤੋਂ ਸਿੱਖਿਆ ਜਾ ਸਕਦਾ ਕਿਵੇਂ ਆਪਣੇ ਜੀਵਨ ਨੂੰ ਬਚਾ ਕੇ ਰੱਖਣਾ। ਕੋਇਲ ਦਾ ਬੱਚਾ ਕਾਂ ਦੇ ਘੋਂਸਲੇ ਵਿੱਚ ਪਲ ਰਿਹਾ ਹੈ। ਉਸ ਦੂਜੇ ਪਾਸੇ ਬੇਸੁਰੀ ਆਵਾਜ਼ ਵਿੱਚ ਉਹ ਕਾਂ ਕਾਂ ਕਰਦੇ ਨੇ, ਜੋ ਆਵਾਜ਼ ਚੰਗੀ ਨਹੀਂ ਲੱਗਦੀ। ਤੁਹਾਡੇ ਬਨੇਰੇ ਤੇ ਆ ਕੇ ਕਾਂ ਬੋਲਣ ਲੱਗ ਪਏ, ਉਡਾਣ ਦੀ ਕੋਸ਼ਿਸ਼ ਕਰਦੇ ਹੋ, ਭੱਜ ਜਾਏ। ਬੇਸੁਰੀ ਆਵਾਜ਼ ਹੈ, ਕੰਨਾਂ ਨੂੰ ਖਾ ਰਹੀ ਹੈ, ਚੁੱਭ ਰਹੀ ਹੈ ਕੰਨਾਂ ਨੂੰ। ਪਰ ਕੋਇਲ ਬੋਲਣ ਲੱਗ ਪਏ ਨਾ ਤੇ ਤੁਸੀਂ ਬੱਚਿਆਂ ਨੂੰ ਸ਼ਾਂਤ ਕਰਦੇ ਹੋ, ਬੇਟਾ ਚੁੱਪ ਹੋ ਕੇ ਨਾ ਕੋਇਲ ਦੀ ਆਵਾਜ਼ ਸੁਣ, ਵੇਖ ਕਿੰਨੀ ਮਿੱਠੀ ਹੈ। ਦੋਨਾਂ ਵਿੱਚ ਕਿੰਨਾ ਫਰਕ ਹੈ। ਇੱਕ ਆਵਾਜ਼ ਇੰਨੀ ਮਿੱਠੀ ਹੈ ਜੋ ਮਨ ਨੂੰ ਸਕੂਨ ਪਹੁੰਚਾਉਂਦੀ ਹੈ, ਇੱਕ ਆਵਾਜ਼ ਇੰਨੀ ਬੇਸੁਰੀ ਹੈ ਜਿਹਨੂੰ ਸੁਣਨਾ ਨਹੀਂ ਚਾਹੁੰਦਾ ਕੋਈ। ਦੋਨੋਂ ਇੱਕੋ ਥਾਂ ਪਲਦੇ ਨੇ। ਕੋਇਲ ਵੀ ਉੱਥੇ ਪਲ ਰਹੀ ਹੈ, ਕਾਂ ਵੀ ਉੱਥੇ ਪਲ ਰਿਹਾ ਹੈ, ਲੇਕਿਨ ਪਿਆਰਿਓ ਕਾਂ ਕਾਂ ਦੀ ਆਵਾਜ਼ ਸੁਣ ਕੇ ਕੋਇਲ ਦਾ ਬੱਚਾ ਬੋਲਦਾ ਨਹੀਂ। ਬੋਲਦਾ ਇਸ ਕਰਕੇ ਨਹੀਂ, ਅਗਰ ਉਹ ਬੋਲਿਆ ਕਾਂ ਨੇ ਚੁੱਕ ਕੇ ਬਾਹਰ ਮਾਰਨਾ ਹੈ ਤੇ ਮੇਰਾ ਹੈ ਹੀ ਨਹੀਂ, ਮੇਰਾ ਤੇ ਬੇਸੁਰਾ ਹੋਣਾ ਚਾਹੀਦਾ ਸੀ। ਜਦ ਵੱਡਾ ਹੁੰਦਾ ਹੈ, ਅੰਬਾਂ ਨੂੰ ਬੂਰ ਆਂਦਾ, ਕੋਇਲ ਉਹਨਾਂ ਤੇ ਬੋਲਦੀ ਹੈ। ਕੋਇਲ ਬੋਲਦੀ ਹੈ ਤੇ ਕੋਇਲ
ਦਾ ਬੱਚਾ ਸੁਣ ਕੇ ਸਮਝ ਜਾਂਦਾ ਮੇਰੀ ਮਾਂ ਬੁਲਾਉਂਦੀ ਪਈ ਹੈ, ਉਦੋਂ ਉੱਠ ਕੇ ਬੋਲਦਾ, ਫਿਰ ਚਲਾ ਜਾਂਦਾ ਆਪਣੀ ਮਾਂ ਦੇ ਕੋਲ। ਉਹਦਾ ਵੇਖੋ ਸਿਮਰਨ, ਉਹਦਾ ਧਿਆਨ ਵੇਖੋ। ਕੋਇਲ ਪਾਲੈ ਕਾਮਣੀ, ਲੋਹੂ ਲੋਹੂ ਰਲੈ ਰਲੰਦਾ। ਖੂਨ ਵਿੱਚ ਇੰਨੀ ਤਾਕਤ, ਇੰਨੀ ਆਵਾਜ਼, ਔਰ ਉਸ ਆਵਾਜ਼ ਵਿੱਚ ਇੰਨਾ ਪਿਆਰ, ਇੰਨਾ ਦਰਦ, ਇੰਨਾ ਧਿਆਨ ਉਹਦੇ ਵਿੱਚ ਕਿ ਬੇਸੁਰੀ ਆਵਾਜ਼ ਸੁਣ ਸੁਣ ਕੇ ਪਲਿਆ ਹੋਇਆ ਬੱਚਾ ਆਪਣੇ ਖੂਨ ਵਿੱਚ ਸੁਰੀਲੀ ਆਵਾਜ਼ ਨੂੰ ਭੁੱਲਦਾ ਨਹੀਂ ਹੈ। ਭਗਤ ਰਵਿਦਾਸ ਜੀ ਨੇ ਜੋ ਸਿਧਾਂਤ ਦਿੱਤਾ, ਇਹਨੂੰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਪਿਆਰਿਆ ਤੇਰੇ ਰਗਾਂ ਵਿੱਚ, ਤੂੰ ਤੇ ਕਹਿੰਦਾ ਦੁਨਿਆਵੀ ਤੇਰੇ ਪਿਤਾ ਦਾ ਖੂਨ ਹੈ, ਪਰ ਹਕੀਕਤ ਵਿੱਚ ਸਾਡਾ ਪਿਤਾ ਕੌਣ ਹੈ? ਏਕ ਪਿਤਾ ਏਕਸ ਕੇ ਹਮ ਬਾਰਿਕ। ਸਾਡੀਆਂ ਰਗਾਂ ਵਿੱਚ ਸਾਡੇ ਪਿਤਾ ਦਾ ਨਹੀਂ। ਅਗਰ ਇਹਨੂੰ ਪਿੱਛੇ ਲੈ ਜਾਈਏ, ਸਾਡੇ ਪਿਤਾ ਦੀ ਰਗਾਂ ਵਿੱਚ ਕਿਹਦਾ ਖੂਨ ਹੈ? ਸਭ ਤੋਂ ਪਹਿਲਾ ਜੋ ਇਨਸਾਨ, ਉਹਦੀਆਂ ਰਗਾਂ ਵਿੱਚ ਕਿਹਦਾ ਖੂਨ ਹੈ? ਫਿਰ ਕਹਿਣਾ ਪਏਗਾ ਨਾ ਪ੍ਰਮਾਤਮਾ। ਫਿਰ ਪ੍ਰਮਾਤਮਾ ਤੇ ਆ ਕੇ ਟਿਕਾਂਗੇ ਨਾ। ਕਿਉਂ ਕਹਿੰਦੇ? ਭੁੱਲ ਜਾਂਦੇ ਆ ਦੁਨਿਆਵੀ ਪਿਤਾ ਨੂੰ ਪਿਤਾ ਬਣਾ ਲਿਆ, ਉਹਨੂੰ ਮਹਾਨ ਵੀ ਕਹਿੰਦੇ ਹੈ, ਮਹਾਨ ਹੋ, ਲੇਕਿਨ ਜਦ ਅਧਿਆਤਮਿਕਤਾ ਦੀ ਗੱਲ ਚੱਲੇਗੀ ਤੇ ਕਹਿਣਾ ਪਏਗਾ ਏਕ ਪਿਤਾ ਏਕਸ ਕੇ ਹਮ ਬਾਰਿਕ। ਸਾਡੀਆਂ ਰਗਾਂ ਵਿੱਚ ਪ੍ਰਮਾਤਮਾ ਦਾ ਖੂਨ ਹੈ। ਚਲਾ ਤੇ ਹੋ ਰਿਹਾ ਹੈ ਨਾ, ਸਾਡਾ ਪਿਤਾ ਥੋੜੀ ਚਲਾ ਰਿਹਾ ਹੈ। ਅੰਦਰ ਜੋ ਖੂਨ ਚੱਲ ਰਿਹਾ, ਜਦ ਰੁਕ ਜਾਂਦਾ ਤੇ ਫਿਰ ਮੁਸ਼ਕਿਲ ਨਾਲ ਕੋਈ ਡਾਕਟਰ ਚਲਾਉਂਦਾ ਉਸ ਨੂੰ। ਜਦ ਕਿਤੇ ਬਦਲਣਾ ਪੈਂਦਾ ਹੈ, ਕਿਸੇ ਦਾ ਨਸ਼ੇ ਕਾਰਨ ਕਰਕੇ, ਕਿਡਨੀਆਂ ਖਰਾਬ ਹੋਣ ਕਰਕੇ ਖੂਨ ਕਿਤੇ ਬਦਲਣਾ ਪੈ ਜਾਏ, ਉਦੋਂ ਫਿਰ ਡਾਕਟਰ ਹੈਲਪ ਕਰਦੇ ਨੇ। ਵੈਸੇ ਤੇ ਖੂਨ ਪ੍ਰਮਾਤਮਾ ਚਲਾ ਰਿਹਾ ਹੈ ਹੀ, ਉਸ ਦਾ ਸਿਸਟਮ ਸਾਰੀ ਮਸ਼ੀਨਰੀ ਉਹਨੇ ਤੈਅ ਕੀਤੀ ਹੈ। ਸਾਡੀਆਂ ਰਗਾਂ ਵਿੱਚ ਅਗਰ ਜਿੰਦ ਚੱਲ ਰਹੀ ਹੈ, ਖੂਨ ਚੱਲ ਰਿਹਾ ਹੈ, ਰੱਬ ਦੀ ਮਰਜ਼ੀ ਨਾਲ ਚੱਲ ਰਿਹਾ, ਉਸ ਪਿਤਾ ਨੂੰ ਕਿਵੇਂ ਭੁੱਲ ਜਾਂਦੇ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਕੋਇਲ ਦਾ ਬੱਚਾ ਆਪਣੀ ਮਾਂ ਦੀ ਆਵਾਜ਼ ਪਹਿਚਾਣਦਾ ਹੈ, ਕਾਂ ਦਾ ਅਸਰ ਨਹੀਂ ਮੰਨਦਾ। ਉਹ ਪਲ ਰਿਹਾ ਕਾਂ ਕੋਲ। ਤੇ ਅੱਜ ਕਿਸੇ ਨੂੰ ਕਹੀਏ ਨਾ ਜੀ ਅੰਮ੍ਰਿਤ ਛਕ ਲਓ ਜਾਂ ਨਾਮ ਜਪਿਆ ਕਰੋ, ਕਹਿੰਦੇ ਜੀ ਸਾਡੀ ਸੁਸਾਇਟੀ ਐਸੀ ਹੈ। ਪਿਆਰਿਓ, ਸੁਸਾਇਟੀ ਤੇ ਕੋਇਲ ਦੇ ਬੱਚੇ ਨੂੰ ਵੀ ਮਿਲੀ ਕਾਂ ਦੀ। ਉਹ 4-5 ਮਹੀਨੇ ਕਾਂ ਦੇ ਕੋਲ ਰਿਹਾ ਹੈ, ਉਹਨੇ ਆਪਣੀ ਸੁਸਾਇਟੀ ਦਾ ਅਸਰ ਨਹੀਂ ਮੰਨਿਆ। ਸਾਡੇ ਤੇ ਸੁਸਾਇਟੀ ਦਾ ਅਸਰ ਕਿਵੇਂ ਪੈ ਜਾਂਦਾ ਹੈ? ਜੇ ਅਸੀਂ ਅੰਮ੍ਰਿਤ ਨਹੀਂ ਛਕਦੇ, ਸੁਸਾਇਟੀ ਐਸੀ ਹੈ, ਉਹ ਸਾਨੂੰ ਕਦੇ ਪਿਲਾ ਦਿੰਦੇ ਨੇ, ਕਦੇ ਖਵਾ ਦਿੰਦੇ ਨੇ। ਹੱਦ ਹੋ ਗਈ ਹੈ। ਜ਼ਹਿਰ ਖਵਾ ਦਿੰਦੇ ਤੇ ਖਾ ਲਵਾਂਗੇ। ਅਗਰ ਉਹ ਜ਼ਹਿਰ ਖਵਾ ਰਹੀ ਹੈ, ਸੁਸਾਇਟੀ ਖਾਵਾਂਗੇ। ਅਗਰ ਜ਼ਹਿਰ ਪਿਆਣਗੇ ਸੁਸਾਇਟੀ ਦੇ ਲੋਕ ਤੇ ਪੀਆਂਗੇ, ਨਹੀਂ ਪੀਆਂਗੇ ਤੇ ਕਿਉਂ? ਇਸ ਪਾਸੇ ਕਿਉਂ ਅਸੀਂ ਸੋਚ ਲੈਂਦੇ ਹਾਂ? ਦਾਰੂ ਪੀਣ ਦੀ ਗੱਲ ਆਵੇ, ਬੰਦਾ ਬੜੇ ਲਓ ਜੀ ਲੋਕ ਲਾਜ ਨਿਭਾਣੀ ਪੈਂਦੀ ਹੈ, ਇਸ ਕਰਕੇ ਕਰ ਗਏ ਸਭ ਕੁਝ। ਗਲਤੀ ਵਾਸਤੇ ਬਹਾਨੇ ਲੱਭ ਲੈਂਦੇ ਆ। ਸੁਸਾਇਟੀ ਤਾਂ ਉਹਨੂੰ ਵੀ ਮਿਲੀ ਸੀ, ਕੋਇਲ ਦੇ ਬੱਚੇ ਨੂੰ ਵੀ, ਲੇਕਿਨ ਉਹਨੇ ਕਾਂ ਦੀ ਬੇਸੁਰੀਲੀ ਆਵਾਜ਼ ਨੂੰ ਅਪਣਾਇਆ ਨਹੀਂ। ਉਹਨੇ ਆਪਣੇ ਖੂਨ ਵਿੱਚ ਜੋ ਸੀ ਸਿਧਾਂਤ, ਸੁਰੀਲੀ ਆਵਾਜ਼ ਨੂੰ ਬਰਕਰਾਰ ਰੱਖਿਆ। ਇੱਕ ਵਾਰ ਵੀ ਉਹ ਨਹੀਂ ਬੋਲਿਆ ਕਾਂ ਦੀ ਤਰ੍ਹਾਂ, ਆਪਣੀ ਹੀ ਆਵਾਜ਼ ਰੱਖੀ। ਇਸ ਲਈ ਅਗਰ ਇਨਸਾਨ ਹਾਂ, ਇਨਸਾਨੀਅਤ ਨਹੀਂ ਗਵਾਣੀ ਆਪਣੀ। ਅਗਰ ਆਦਮੀ ਹੋ, ਇਨਸਾਨੀਅਤ ਰਹਿਣੀ ਚਾਹੀਦੀ। ਅਗਰ ਬੰਦੇ ਹੋ, ਬੰਦਗੀ ਹੋਣੀ ਚਾਹੀਦੀ ਹੈ। ਅਗਰ ਹਿਊਮਨ ਬੀਇੰਗ ਹੋ ਤੇ ਹਿਊਮੈਨਿਟੀ ਹੋਣੀ ਚਾਹੀਦੀ ਹੈ ਸਾਡੇ ਅੰਦਰ। ਤੇ ਪਿਆਰਿਓ, ਇਹ ਤੇ ਆਪਣੇ ਗੁਣ ਨੂੰ ਆਪਣੇ ਆਪ ਬਰਕਰਾਰ ਰੱਖਣਾ ਪਏਗਾ। ਕਿਉਂ ਅਸੀਂ ਦੂਸਰੇ ਦੇ ਸਿਧਾਂਤ ਨੂੰ ਅਪਣਾ ਲੈਂਦੇ ਹਾਂ? ਕੋਇਲ ਦੇ ਬੱਚੇ ਤੋਂ ਸਿਧਾਂਤ ਸਿਖਾ ਰਹੇ ਨੇ ਭਾਈ ਗੁਰਦਾਸ ਸਾਹਿਬ। ਕਹਿੰਦੇ ਨੇ ਇੰਜ ਆਪਣੇ ਜੀਵਨ ਨੂੰ ਤਬਦੀਲ ਕਰਨਾ ਹੈ। ਔਖਾ ਨਹੀਂ ਹੈ, ਮੁਸ਼ਕਿਲ ਨਹੀਂ ਹੈ। ਇੱਕ ਸੰਕਲਪ ਕਰਨਾ ਪੈਂਦਾ ਕਿ ਮੈਂ ਇਸ ਰਸਤੇ ਦੇ ਉੱਤੇ ਚੱਲਣਾ ਹੈ। ਇਸ ਲਈ ਭਗਤ ਰਵਿਦਾਸ ਜੀ ਦੇ ਜਿਸ ਬਚਨ ਦੀ ਵਿਚਾਰ ਆਪ ਸਮਕਸ਼ ਦਾਸ ਰੱਖ ਰਿਹਾ, ਚਿੱਤ ਦੇ ਵਿੱਚ ਸਿਮਰਨ ਕਰਨਾ ਔਰ ਉਸ ਸਿਮਰਨ ਦੇ ਸਦਕੇ ਅੱਖਾਂ ਨਾਲ ਦੀਦਾਰ ਕਰਨੇ, ਇਹ ਦੋਨੋਂ ਸਿਧਾਂਤ ਬੰਦੇ ਦੀ ਜ਼ਿੰਦਗੀ ਵਿੱਚ ਆ ਸਕਦੇ ਨੇ। ਸਿਮਰਨ ਹੋਵੇ ਚਿੱਤ ਕਰਕੇ ਤੇ ਦਿਖਾਈ ਵੀ ਪੈਂਦਾ ਹੈ ਪ੍ਰਮਾਤਮਾ। ਆਓ ਇੱਕ ਵਾਰ ਬਚਨ ਸਰਵਣ ਕਰੀਏ ਜੀ। ਚਿਤ ਸਿਮਰਨ ਕਰੋ, ਨੈਣ ਅਵਲੋਕਨ, ਸ਼੍ਰਵਣ ਬਾਣੀ ਸੁਜਸ ਪੂਰ ਰੱਖੋ। ਆਪਣੇ ਚਿੱਤ ਵਿੱਚ ਸਿਮਰਨ ਕਰਨਾ। ਤੇ ਚਿੱਤ ਦੇ ਅੰਦਰ ਜਦੋਂ ਸਿਮਰਨ ਕਰਦੇ ਆ, ਜਿਵੇਂ ਸ਼ੁਰੂਆਤ ਵਿੱਚ ਅਰਜ਼ ਕੀਤੀ ਸੀ, ਚਿੱਤ ਵਿੱਚ ਸਿਮਰਨ ਕੀਤਾ, ਹਰਿਮੰਦਰ ਸਾਹਿਬ ਦਾ ਇਮਾਰਤ ਦਿਖਾਈ ਦੇ ਗਈ, ਸਰੋਵਰ ਦਿਖਾਈ ਦੇ ਗਿਆ, ਨੈਣ ਅਵਲੋਕਨ ਹੋ ਗਿਆ। ਜੇ ਚਿੱਤ ਵਿੱਚ ਸਾਡੇ ਬੱਚੇ ਦਾ ਨਾਮ ਆਇਆ ਤੇ ਬੱਚੇ ਦਾ ਚਿਹਰਾ ਨਜ਼ਰ ਆ ਗਿਆ।
ਚਿੱਤ ਵਿੱਚ ਅਗਰ ਕਿਸੇ ਦੇਸ਼ ਦਾ ਨਾਮ ਲਿਆ, ਅਮਰੀਕਾ, ਉੱਚੀਆਂ ਉੱਚੀਆਂ ਬਿਲਡਿੰਗਾਂ, ਵੱਡੀਆਂ ਇਮਾਰਤਾਂ ਨਜ਼ਰ ਆ ਗਈਆਂ, ਚਿੱਤ ਵਿੱਚ ਜੋ ਨਾਮ ਆਇਆ ਉਸੇ ਦੇ ਮੁਤਾਬਕ ਚਿੱਤਰ ਬਣ ਗਿਆ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਅਗਰ ਚਿੱਤ ਵਿੱਚ ਬਾਹਰੀ ਚੀਜ਼ਾਂ ਦਾ ਨਾਮ ਲੈ ਕੇ ਚਿੱਤਰ ਆਉਂਦਾ ਹੈ, ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਦਾ ਚਿੱਤਰ ਅੱਖਾਂ ਵਿੱਚ ਕਿਉਂ ਨਹੀਂ ਆਉਂਦਾ? ਰਵਿਦਾਸ ਜੀ ਤਾਂ ਕਹਿੰਦੇ ਮੈਨੂੰ ਆਉਂਦਾ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਉਹ ਅੱਖਾਂ ਨਾਲ ਵੀ ਦੇਖਦੇ ਨੇ, ਸਿਰਫ ਚਿੱਤ ਵਿੱਚ ਸਿਮਰਨ ਹੀ ਨਹੀਂ ਕਰਦੇ, ਬਲਕਿ ਉਸ ਚਿੱਤ ਵਿੱਚ ਸਿਮਰਨ ਹੋ ਰਹੇ ਨੂੰ ਅੱਖਾਂ ਨਾਲ ਵੀ ਮਹਿਸੂਸ ਕਰਦੇ ਨੇ। ਪੰਚਮ ਪਾਤਸ਼ਾਹ ਜੀ ਨੇ ਕੋਈ ਪੁੱਛੇ ਤੁਹਾਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ? ਕਹਿੰਦੇ ਨੇ ਹਾਂ ਨਜ਼ਰ ਆਉਂਦਾ ਹੈ। ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਉਹ ਦੇਖਣ ਦੀ ਗੱਲ ਪਹਿਲਾਂ ਕਰਦੇ ਨੇ, ਧਿਆਉਣ ਦੀ ਗੱਲ ਬਾਅਦ ਵਿੱਚ ਕਰਦੇ ਨੇ। ਇਹਦਾ ਮਤਲਬ ਸਿਰਫ ਧਿਆਨ ਜਾਂ ਸਿਰਫ ਜਾਪ ਇੱਕ ਕੰਪਲੀਟ ਅਵਸਥਾ ਨਹੀਂ ਹੈ। ਧਿਆਨ ਜਿਸ ਦਾ ਹੋ ਰਿਹਾ ਹੈ ਉਸ ਦਾ ਦੀਦਾਰ ਜ਼ਰੂਰੀ ਹੈ, ਔਰ ਦੀਦਾਰ ਹੋ ਰਿਹਾ ਹੈ ਤੇ ਧਿਆਨ ਸੱਚਾ ਹੈ, ਧਿਆਨ ਹੋ ਰਿਹਾ ਹੈ ਤੇ ਦੀਦਾਰ ਸੱਚਾ ਹੈ। ਇਹ ਦੋਨੋਂ ਚੀਜ਼ਾਂ ਜਦ ਜੁੜਦੀਆਂ ਨੇ ਫਿਰ ਇਹ ਅਵਸਥਾ ਬਣਦੀ ਹੈ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਫਿਰ ਤਾਂ ਕਿਸੇ ਮਾਂ ਦਾ ਬੱਚਾ ਅਗਰ ਵਿਦੇਸ਼ ਬੈਠਾ ਹੈ ਨਾ, ਉਹਦੇ ਸਾਹਮਣੇ ਉਹਦਾ ਜ਼ਿਕਰ ਛੇੜ ਦਿਓ ਤੇ ਮਾਂ ਤੁਹਾਨੂੰ ਬੱਚੇ ਦੀ ਪਿਛਲੀ 16 ਸਾਲ ਦੀ ਹਿਸਟਰੀ ਸੁਣਾ ਦੇਗੀ। ਇੰਜ ਮੇਰਾ ਬੱਚਾ ਕਰਦਾ ਸੀ, ਇੰਜ ਕਰਦਾ ਸੀ, ਇੰਜ ਰਹਿੰਦਾ ਸੀ, ਇੰਜ ਆ ਕੇ ਮੇਰੀ ਗੋਦੀ ਵਿੱਚ ਬੈਠਦਾ ਸੀ, ਇੰਜ ਮੇਰੇ ਤੋਂ ਮੰਗਦਾ ਸੀ। ਉਹ ਬਚਪਨ ਦੀ ਗੱਲ ਤੋਤਲੀ ਜ਼ੁਬਾਨ ਵਿੱਚ ਸੁਣਾਏਗੀ, ਜਵਾਨੀ ਦੀ ਗੱਲ ਅਣਖੀਲੀ ਜ਼ੁਬਾਨ ਵਿੱਚ ਸੁਣਾਏਗੀ, ਪਿਆਰ ਦੀ ਗੱਲ ਪਿਆਰ ਨਾਲ ਸੁਣਾਏਗੀ, ਔਰ ਗੁੱਸੇ ਦੀ ਗੱਲ ਗੁੱਸੇ ਨਾਲ ਸੁਣਾਏਗੀ। ਇੰਨਾ ਰਚ ਜਾਂਦਾ ਉਸ ਦੇ ਖੂਨ ਵਿੱਚ ਬੱਚੇ ਦਾ ਸੁਭਾਅ ਕਿ ਜਿਹੋ ਜੀ ਗੱਲ ਕਰਦਾ ਸੀ ਬੱਚਾ ਵੈਸੇ ਤਰੀਕੇ ਨਾਲ ਸੁਣਾਉਂਦੀ ਹੈ। ਜਿਹੜੇ ਸੱਚਾ ਸਿਮਰਨ ਕਰਦੇ ਨੇ ਦਿਲੋਂ, ਜਿਨ੍ਹਾਂ ਦੇ ਚਿੱਤ ਵਿੱਚ ਸਿਮਰਨ ਚੱਲਦਾ ਹੈ, ਉਹ ਰੱਬ ਨਾਲ ਜਦ ਪਿਆਰ ਵਿੱਚ ਹੁੰਦੇ ਨੇ ਤੇ ਪਿਆਰ ਦੀ ਗੱਲ ਕਰਦੇ ਨੇ। ਜਿਹੋ ਜਿਹੇ ਤਰੀਕੇ ਨਾਲ ਉਹ ਯਾਦ ਕਰਦੇ ਨੇ ਉਹਨਾਂ ਨੂੰ ਵੈਸਾ ਦਿਖਾਈ ਦਿੰਦਾ ਹੈ, ਪ੍ਰਮਾਤਮਾ ਨਜ਼ਰ ਆਉਂਦਾ ਹੈ, ਦੂਰ ਨਹੀਂ ਹੈ ਸਾਡੇ ਤੋਂ। ਇਸ ਲਈ ਦੀਦਾਰ ਹੋ ਰਿਹਾ ਹੈ ਤੇ ਧਿਆਨ ਵੀ ਰਹੇਗਾ, ਧਿਆਨ ਹੈ ਤੇ ਦੀਦਾਰ ਰਹੇਗਾ। ਐਸਾ ਨਹੀਂ ਹੋ ਸਕਦਾ ਕਿ ਦੀਦਾਰ ਕਿਸੇ ਹੋਰ ਦਾ ਹੋ ਰਿਹਾ ਹੈ, ਧਿਆਨ ਕਿਸੇ ਹੋਰ ਦਾ ਹੋ ਰਿਹਾ ਹੈ। ਅਗਰ ਧਿਆਨ ਪਿਓ ਦਾ ਹੈ ਤੇ ਦਿਮਾਗ ਵਿੱਚ ਚਿੱਤਰ ਵੀ ਪਿਓ ਦਾ ਹੀ ਆਏਗਾ। ਅਗਰ ਪਿਓ ਦਾ ਨਾਂ ਲਈਏ, ਚਾਚੇ ਦਾ ਚਿੱਤਰ ਦਿਮਾਗ ਵਿੱਚ ਕਿਵੇਂ ਆ ਜਾਏਗਾ? ਜਾਂ ਪਿਓ ਦਾ ਨਾਮ ਲਿਆ, ਮਾਮੇ ਦਾ ਚਿੱਤਰ ਕਿਵੇਂ ਸਾਹਮਣੇ ਆ ਜਾਏਗਾ? ਹਾਂ, ਮਾਮੇ ਨੂੰ ਯਾਦ ਕੀਤਾ ਤੇ ਮਾਮਾ ਦਿਖਾਈ ਪਏਗਾ ਧਿਆਨ ਵਿੱਚ। ਇਸੇ ਤਰ੍ਹਾਂ ਪ੍ਰਮਾਤਮਾ ਨੂੰ ਯਾਦ ਕਰ ਰਹੇ ਤੇ ਪ੍ਰਮਾਤਮਾ ਹੀ ਦਿਖਾਈ ਦੇਣਾ ਚਾਹੁੰਦੇ। ਦਿਖਾਈ ਕੋਈ ਹੋਰ ਦੇਵੇ ਤੇ ਇਹਦਾ ਮਤਲਬ, ਕਈ ਕਹਿੰਦੇ ਨੇ ਜੀ ਰਾਤੀ ਨਾ ਸੁਪਨੇ ਦੇ ਵਿੱਚ ਮੈਂ ਡਰ ਗਿਆ, ਭੂਤ ਨਜ਼ਰ ਆਇਆ। ਇਹਦਾ ਮਤਲਬ ਧਿਆਨ ਦਿਨ ਭਰ ਭੂਤ ਦਾ ਕੀਤਾ ਗਿਆ, ਪ੍ਰਮਾਤਮਾ ਦਾ ਕੀਤਾ ਹੀ ਨਹੀਂ। ਅਗਰ ਕੋਈ ਕਹੇ ਰਾਤ ਨੂੰ ਮੈਨੂੰ ਸੱਪ ਦਿਖਾਈ ਦਿੱਤਾ, ਇਹਦਾ ਮਤਲਬ ਦਿਹਾੜੀ ਭਰ ਸਾਰੇ ਸੱਪ ਮਾਰਦੇ ਰਹੇ ਹੋਣਗੇ ਲੱਭ ਕੇ, ਜਾਂ ਸਪੇਰਿਆਂ ਦੀ ਬੀਨ ਸੁਣਦਾ ਰਿਹਾ ਹੋਏਗਾ ਕੋਈ। ਹੁਣ ਅੱਜ ਕੱਲ੍ਹ ਫਿਲਮਾਂ ਵੀ ਐਸੇ ਨੇ ਨਾ, ਸਾਰਾ ਦਿਨ ਬੀਨ ਹੀ ਚੱਲਦੀ ਰਹਿੰਦੀ। 3 ਘੰਟੇ ਬੀਨ ਸੁਣੋਗੇ ਤੇ ਆਪੇ ਰਾਤ ਨੂੰ ਸੱਪ ਦਿਖਾਈ ਦੇਣਗੇ। ਕੋਈ ਫਿਲਮਾਂ ਹੈ ਹੀ ਨਹੀਂ ਐਸੀਆਂ ਕਈ, ਮਾਫੀ ਚਾਹਨਾ ਫਿਲਮਾਂ, ਮੇਰਾ ਵਿਰੋਧ ਨਹੀਂ ਹੈ ਕੋਈ ਉਹਨਾਂ ਦੇ ਨਾਲ, ਵਿਚਾਰੇ ਇੰਨਾ ਪੈਸਾ ਖਰਚ ਕਰਦੇ ਨੇ, 50-50 ਕਰੋੜ ਖਰਚ ਕਰਨ ਲੱਗ ਪਏ ਨੇ। ਔਰ ਜੇ ਕਿ ਧਰਮ ਦੇ ਨਾਂ ਦੀ ਗੱਲ ਆ ਜਾਏ ਤੇ 1100 ਰੁਪਏ ਨਹੀਂ ਨਿਕਲਦੇ। ਉਹਨੇ ਸਵਾਰਨਾ ਕੁਛ ਨਹੀਂ ਹੈ, ਇੱਧਰ ਪੂਰਾ ਜੀਵਨ ਬਦਲ ਜਾਏਗਾ ਅਗਰ ਗੁਰੂ ਦੀ ਕਿਰਪਾ ਹੋ ਜਾਏ। ਲੇਕਿਨ ਜਦ ਸਾਰੀ ਦਿਹਾੜੀ ਕੋਈ ਬੀਨ ਸੁਣਦਾ ਰਹੇਗਾ ਤੇ ਰਾਤ ਨੂੰ ਸੱਪ ਹੀ ਦਿਖਾਈ ਦੇਣੇ ਨੇ। ਤੇ ਜੇ ਕਿਤੇ ਪਿਆਰਿਓ ਸੁਣੋਗੇ ਨਾ ਸਤਨਾਮ ਸ੍ਰੀ ਵਾਹਿਗੁਰੂ, ਤੇ ਜੇ ਵਾਹਿਗੁਰੂ ਨੂੰ ਸੁਣੋਗੇ ਤੇ ਵਾਹਿਗੁਰੂ ਆਪੇ ਹੀ ਦਿਖਾਈ ਦੇਗਾ। ਜਦ ਵਾਹਿਗੁਰੂ ਨੂੰ ਸੁਣਨਾ ਹੀ ਨਹੀਂ ਹੈ, ਜਦ ਨਹੀਂ ਸੁਣ ਰਹੇ ਵਾਹਿਗੁਰੂ ਨੂੰ, ਕਿਵੇਂ ਨੈਣਾਂ ਵਿੱਚ ਉਹ ਅਵਲੋਕਿਆ ਜਾ ਸਕਦਾ? ਦੇਖਾਂਗੇ ਕਿਵੇਂ ਉਸ ਨੂੰ? ਐਸੀ ਮਨੁੱਖ ਦੀ ਨਾ ਹਾਲਤ ਹੀ ਨਹੀਂ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਦੇਖ ਬੇਕੋ ਦ੍ਰਿਸ਼ਟ ਹੈ ਨਾ ਦਰਸ ਦਿਖਾਏ ਬੇਕੋ। ਕਹਿੰਦੇ ਮਨੁੱਖ ਦੀ ਅਵਸਥਾ ਹੀ ਐਸੀ ਨਹੀਂ, ਨਾ ਇਹਦੇ ਕੋਲ ਦੇਖਣ ਵਾਲੀ ਦ੍ਰਿਸ਼ਟੀ ਹੈ, ਨਾ ਇਹਦੇ ਕੋਲ ਦਿਖਾਣ ਵਾਲੇ ਖੁਦ ਦੇ ਦਰਸ਼ਨ ਨੇ। ਖੁਦ ਆਪਣੀ ਸ਼ਕਲ ਇਹਦੀ ਐਸੀ ਨਹੀਂ ਪ੍ਰਮਾਤਮਾ ਨੂੰ ਦਿਖਾ ਸਕੇ। ਦੇਖਦੇ ਕੋ ਦ੍ਰਿਸ਼ਟ ਹੈ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰਿਆ ਦਰਸ਼ਨ ਦੇਖੀ ਹੈ ਦਿਖਾਈ ਹੈ। ਕਿਵੇਂ ਪ੍ਰਮਾਤਮਾ ਨੂੰ ਦੇਖ ਲਵੇ ਔਰ ਕਿਵੇਂ ਆਪਣੇ ਆਪ ਨੂੰ ਦਿਖਾਏ।
ਆਪਣਾ ਜੀਵਨ ਇੰਨਾ ਪਵਿੱਤਰ ਬਣਾਵੇ ਨਾ ਬੰਦਾ, ਇੰਨਾ ਪਾਕ ਜੀਵਨ ਕਰ ਲੈ ਕਿ ਰੱਬ ਵੀ ਕਵੇ ਹਾਂ ਅੱਜ ਕਿਸੇ ਬੰਦੇ ਦੇ ਦਰਸ਼ਨ ਕੀਤੇ ਨੇ। ਦਰਸ਼ਨ ਦੇ ਕੇ ਵੀ ਉਹ ਪ੍ਰਸੰਨ ਹੋਵੇ, ਅਸੀਂ ਦਰਸ਼ਨ ਕਰਕੇ ਖੁਸ਼ ਹੋਈਏ, ਤੇ ਧਿਆਨ ਔਰ ਸਿਮਰਨ ਫਿਰ ਇਕੱਠਾ ਹੁੰਦਾ ਹੈ। ਭਗਤ ਰਵਿਦਾਸ ਜੀ ਨੇ ਬੜੀ ਅਮੋਲਕ ਅਵਸਥਾ ਇਸ ਪਾਵਨ ਬਚਨ ਵਿੱਚ ਬਿਆਨ ਕੀਤੀ ਸੀ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਅਗਰ ਮਾਂ ਦੇ ਸਾਹਮਣੇ ਉਹਦੇ ਬੱਚੇ ਦਾ ਜ਼ਿਕਰ ਹੁੰਦਾ ਹੈ, ਉਹਦੇ ਸਾਹਮਣੇ ਸਾਰੇ ਉਹਦੇ ਜੀਵਨ ਦਾ ਚਿੱਤਰ ਆ ਜਾਂਦਾ ਹੈ। ਪਿਆਰਿਓ, ਅਸੀਂ ਇਤਿਹਾਸ ਕਈ ਵਾਰਾਂ ਪੜ੍ਹ ਜਾਂਦੇ ਹਾਂ, ਕਦੇ ਮਹਿਸੂਸ ਕਰਦੇ ਹੋ ਨੀਹਾਂ ਵਿੱਚ ਖੜੇ ਹੋਏ ਬੱਚਿਆਂ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਗਏ ਹੋਣਗੇ। ਇਤਿਹਾਸ ਸੁਣ ਲਿਆ ਪਰ ਮਹਿਸੂਸ ਨਹੀਂ ਕਰਦੇ। ਕੋਈ ਗੋਡੇ ਉੱਤੇ ਸੱਟ ਮਾਰੇ ਨਾ, ਫਿਰ ਮਹਿਸੂਸ ਕਰਨਾ ਕਿ ਜਦੋਂ ਫਤਿਹ ਸਿੰਘ ਦੇ ਗੋਡੇ ਉੱਤੇ, ਚੱਪਣੀ ਦੇ ਉੱਤੇ ਜਦੋਂ ਉਹ ਰੰਬੀ ਮਾਰੀ ਗਈ ਹੋਣੀ ਹੈ, ਜਿਹਨੂੰ ਕੁੰਡੀ ਕਹਿੰਦੇ ਨੇ, ਜੋ ਚਿਣਦੇ ਨੇ ਨਾ ਦੀਵਾਰ ਮਿਸਤਰੀ, ਤੇ ਚੂਨੇ ਨੂੰ ਸਾਫ਼ ਪਲੇਨ ਕਰਨ ਵਾਸਤੇ ਇੱਟਾਂ ਰੱਖਣ ਦੇ ਲਈ ਉਹ ਹੱਥ ਵਿੱਚ ਕੰਢੀ ਪਕੜ ਕੇ ਰੱਖਦੇ ਨੇ, ਤੇ ਗੋਡਾ ਅੱਗੇ ਕਹਿੰਦੇ ਨੇ ਆ ਰਿਹਾ ਸੀ। ਇਤਿਹਾਸਕਾਰ ਐਸਾ ਲਿਖਦੇ ਨੇ, ਉਹ ਗੋਡੇ ਦੇ ਉੱਤੇ ਮਾਰ ਕੇ ਕੰਢੀ ਤੇ ਉਹਨੂੰ ਕਹਿੰਦੇ ਨੇ ਛਿਲਿਆ ਗਿਆ ਗੋਡਿਆਂ ਨੂੰ। ਇਹੋ ਜਿਹਾ ਤਸੀਹਾ ਦਿੱਤਾ ਕਿ ਸੁਣ ਲੈਂਦੇ ਆ, ਮਹਿਸੂਸ ਕਰੀਏ। ਆਪਣੇ ਗੋਡੇ ਤੇ ਸੱਟ ਵੱਜੇ ਫੇਰ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਸਬਜ਼ੀ ਕੱਟਦੇ ਆ, ਉਂਗਲ ਵੱਢੀ ਜਾਏ ਨਾ ਤੇ ਕਹਿ ਦੇਈਦਾ ਆਪੇ ਬਣਾਓ ਤੇ ਖਾਓ, ਮੈਨੂੰ ਨਹੀਂ ਕੋਈ ਆਪਣੀ ਜਾਨ ਦੀ ਪਈ, ਮੈਂ ਆਪਣੇ ਹੱਥ ਵਢਾਣੇ ਨੇ। ਜਲਦੀ ਜਲਦੀ ਤੁਸੀਂ ਆ ਕੇ ਅਚਾਨਕ ਕਹਿ ਦਿੰਦੇ ਜੀ ਆਹ ਸਬਜ਼ੀ ਬਣਾ ਦਿਓ। ਪਿਆਰਿਓ, ਮਨੀ ਸਿੰਘ ਸਾਹਿਬ ਨੂੰ ਪੁੱਛੋ ਕਿ ਕਿਵੇਂ ਬੰਦ ਕਟਵਾ ਕੇ ਉਹਨਾਂ ਨੇ ਮਹਿਸੂਸ ਕੀਤਾ ਹੋਵੇਗਾ। ਇਸੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਮਰਪਣ ਭਾਵ ਮਹਿਸੂਸ ਕਰਿਆ ਕਰੀਏ ਰੱਬ ਨੂੰ। ਸਿਰਫ ਜ਼ੁਬਾਨ ਨਾਲ ਜਪਣ ਦੀ ਗੱਲ ਨਹੀਂ ਕਰ ਰਹੇ ਰਵਿਦਾਸ ਜੀ, ਰੱਬ ਨੂੰ ਜਪ ਰਹੇ ਆ ਨਾ, ਰੱਬ ਨੂੰ ਮਹਿਸੂਸ ਕਰੀਏ। ਇਤਿਹਾਸ ਪੜ੍ਹਦੇ ਹੋ, ਇਤਿਹਾਸ ਨੂੰ ਮਹਿਸੂਸ ਕਰੋ, ਆਪਣੇ ਉੱਤੇ ਵਰਤ ਕੇ ਵੇਖੀਏ। ਸਰਦੀਆਂ ਵਿੱਚ ਆਪਾਂ ਏਸੀ ਲਗਾ ਕੇ ਬੜੀ ਠਾਠ ਨਾਲ ਬੈਠ ਜਾਂਦੇ ਆ, ਕੋਈ ਪ੍ਰਭਾਵ ਨਹੀਂ ਪੈਂਦਾ ਸਰਦੀ ਦਾ, ਭਾਵੇਂ -ਡਿਗਰੀ ਟੈਂਪਰੇਚਰ ਚਲਾ ਜਾਏ। ਪਰ ਪਿਆਰਿਓ, ਮਾਤਾ ਗੁਜਰੀ ਜੀ ਨੂੰ ਬਿਰਧ ਅਵਸਥਾ ਵਿੱਚ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਠਹਿਰਾ ਦਿੱਤਾ ਸੀ। ਕਿਤੇ ਪਹਾੜੀਆਂ ਦੇ ਉੱਤੇ ਨਾ ਸਰਦੀਆਂ ਦੇ ਦਿਨਾਂ ਵਿੱਚ ਜਾ ਕੇ ਵੇਖਣਾ ਵੀ ਕਿਹੋ ਜਿਹੀ ਠੰਡ ਹੁੰਦੀ ਹੈ। ਕਦੇ ਸਰਹੰਦ ਹੀ ਚਲੇ ਜਾਣਾ ਠੰਡੇ ਬੁਰਜ ਵਿੱਚ, ਉਹ ਉੱਪਰ 80 ਫੁੱਟ ਉੱਤੇ ਹੈ ਜ਼ਮੀਨ ਲੈਵਲ ਤੋਂ ਗੁਰਦੁਆਰਾ ਸਾਹਿਬ, ਜਿੱਥੇ ਠੰਡਾ ਬੁਰਜ ਹੈ, ਔਰ ਉੱਥੇ ਬੈਠ ਕੇ ਵੇਖਣਾ। ਇੱਥੇ ਮਾਂ ਗੁਜਰੀ ਬੈਠ ਕੇ ਠੰਡੀ ਹਵਾ ਨੂੰ, ਬਜ਼ੁਰਗਾਂ ਨੂੰ ਵੀ ਠੰਡ ਜ਼ਿਆਦਾ ਲੱਗਦੀ, ਬੱਚਿਆਂ ਨੂੰ ਵੀ ਜ਼ਿਆਦਾ ਲੱਗਦੀ। ਮਹਿਸੂਸ ਕਰਨਾ ਮਾਂ ਗੁਜਰੀ ਨੇ ਕਿਵੇਂ ਬਰਦਾਸ਼ਤ ਕੀਤਾ ਹੋਏਗਾ, ਉਹਦਾ ਹੀ ਜਿਗਰਾ ਹੈ। ਇਹ ਸਿਮਰਨ ਦੀ ਤਾਕਤ ਸੀ ਜੋ ਬਰਦਾਸ਼ਤ ਕਰ ਗਏ। ਸਿਰਫ ਕਰਨਾ ਨਹੀਂ ਹੈ, ਮਹਿਸੂਸ ਵੀ ਕਰਨਾ। ਉਹਨੂੰ ਜ਼ੁਬਾਨ ਨਾਲ ਤੱਕ ਹੀ ਸੀਮਤ ਰਹੇਗਾ, ਕਿਵੇਂ ਮਹਿਸੂਸ ਕਰ ਲਾਂਗੇ ਉਹਨੂੰ ਦੇਖਣਾ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਉਸ ਤੋਂ ਬਾਅਦ ਇਹ ਅਵਸਥਾ ਬਣੇਗੀ, ਸ਼ਰਵਣ ਬਾਣੀ ਸੁਜਸ ਪੂਰ ਰਾਖੋ। ਫਿਰ ਸੁਣਨਾ ਵੀ ਚਾਹਾਂਗੇ ਨਾ ਤੇ ਪ੍ਰਮਾਤਮਾ ਦੇ ਗੁਣ। ਜਦੋਂ ਚਿੱਤ ਵਿੱਚ ਸਿਮਰਨ ਚੱਲੇਗਾ, ਅੱਖਾਂ ਵਿੱਚ ਉਹਦੇ ਦੀਦਾਰ ਹੋਣਗੇ, ਤੇ ਫਿਰ ਜੋ ਕੁਝ ਅਗਰ ਬੰਦਾ ਦੁਨਿਆਵੀ ਗੱਲ ਕਰੇਗਾ, ਨਹੀਂ ਯਾਰ ਕੋਈ ਗੁਰੂ ਦੀ ਗੱਲ ਕਰ, ਫਿਰ ਐਸੀ ਭਾਵਨਾ ਬਣ ਜਾਏਗੀ। ਸ਼ਰਵਣ ਬਾਣੀ ਸੁਜਸ ਪੂਰ ਰਾਖੋ। ਫਿਰ ਬੰਦਾ ਕਹੇਗਾ ਨਹੀਂ ਬਈ ਕੋਈ ਪ੍ਰਮਾਤਮਾ ਦੀ ਗੱਲ ਕਰ, ਇਹ ਗੱਲਾਂ ਛੱਡ ਪਰ, ਨਿੰਦਾ ਚੁਗਲੀ ਇੱਕ ਪਾਸੇ ਰੱਖ। ਜਦੋਂ ਸ਼ਾਮ ਨੂੰ ਵਾਪਸ ਆਂਦਾ ਹੈ ਨਾ, ਬੱਚੇ ਕਹਿਣਗੇ ਕੋਈ ਕਹਾਣੀ ਸੁਣਾਓ। ਅੱਛਾ ਬੱਚੇ, ਤੁਹਾਨੂੰ ਇਤਿਹਾਸ ਸੁਣਾਉਂਦਾ ਹਾਂ, ਇਹ ਹੈ ਸ਼ਰਵਣ ਬਾਣੀ ਸੁਜਸ ਪੂਰ ਰਾਖੋ। ਫਿਰ ਬੱਚਿਆਂ ਨੂੰ ਇਤਿਹਾਸ ਸੁਣਾਇਆ ਜਾਏਗਾ, ਫਿਰ ਦੁਨਿਆਵੀ ਕਹਾਣੀਆਂ ਨਹੀਂ, ਕਿਉਂਕਿ ਜ਼ਿਹਨ ਵਿੱਚ ਨਾਮ ਵਸ ਗਿਆ ਹੈ। ਫਿਰ ਕੰਨਾਂ ਦਾ ਇੱਕ ਸੁਭਾਅ ਬਣ ਜਾਏਗਾ ਕਿ ਨਾਮ ਹੀ ਸੁਣਨਾ ਹੈ, ਨਾਮ ਹੀ ਸੁਣਾਣਾ ਹੈ। ਫਿਰ ਨਿੰਦਾ ਚੁਗਲੀ ਵਿੱਚ ਚਿੱਤ ਜੁੜੇਗਾ ਹੀ ਨਹੀਂ। ਖੈਰ ਸਮਾਂ ਕਾਫੀ ਹੋ ਗਿਆ, ਇਸੇ ਵਿਚਾਰ ਨੂੰ ਆਪ ਜੀ ਸਮਕਸ਼ ਦਾਸ ਕੱਲ ਦੇ ਦੀਵਾਨ ਵਿੱਚ ਇੰਝ ਜਾਰੀ ਰੱਖੇਗਾ। ਤੁਛ ਬੁੱਧੀ ਅਨੁਸਾਰ ਜੋ ਆਪ ਸਮਕਸ਼ ਵਿਚਾਰਾਂ ਰੱਖੀਆਂ ਨੇ, ਅਧਿਆਤਮਿਕਤਾ ਦੇ ਇਸ ਸਿਧਾਂਤ ਵਿੱਚ ਜੋ ਸਿਮਰਨ ਦੀ ਗੱਲ, ਧਿਆਨ ਦੀ ਗੱਲ ਔਰ ਗਿਆਨ ਦੀ ਗੱਲ ਜੋ ਆਈ ਹੈ, ਤੇ ਸਿਮਰਨ ਜਿਸ ਵਿਧੀ ਵਿੱਚ ਭਗਤ ਰਵਿਦਾਸ ਜੀ ਨੇ ਦਿੱਤਾ ਹੈ, ਉਹਨੂੰ ਧਿਆਨ ਦੇ ਨਾਲ, ਔਰ ਜੋ ਗਿਆਨ ਹੈ ਉਹ ਕੋਇਲ ਦੇ ਬੱਚੇ ਵਰਗਾ। ਅਗਰ ਇਸ ਵਿਧੀ ਵਿੱਚ ਆਪਾਂ ਆਪਣੇ ਸੁਭਾਅ ਨੂੰ ਬਰਕਰਾਰ ਰੱਖਾਂਗੇ, ਜਿਵੇਂ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲੈ ਅਸੰਤ, ਮਲਿਆਗਰ ਭਯੰਗਮ ਬੇੜਿਓ ਤਾਂ ਸੀਤਲਤਾ ਨਾ ਤਜੰਤ। ਚੰਦਨ ਦੇ ਬੂਟੇ ਨੂੰ ਸੱਪਾਂ ਨੇ ਘੇਰਿਆ ਹੁੰਦਾ, ਪਰ ਨਾ ਆਪਣੀ ਠੰਡਕ ਤਿਆਗਦਾ, ਨਾ ਜ਼ਹਿਰੀਲਾ ਬਣਦਾ। ਕਿਸੇ ਨੂੰ ਡੰਕ ਮਾਰਨ ਵਾਲਾ ਨਹੀਂ, ਕੰਡੇ ਨਹੀਂ ਆ ਜਾਂਦੇ ਉਸ ਨੂੰ।
ਔਰ ਨਾ ਉਹ ਗਰਮ ਹੁੰਦਾ, ਤੱਤਾ ਵੀ ਨਹੀਂ ਹੁੰਦਾ, ਠੰਡਾ ਵੀ ਰਹਿੰਦਾ ਹੈ, ਆਪਣੇ ਸੁਭਾਅ ਨੂੰ ਖੁਸ਼ਬੂ ਵੀ ਦੇਣੀ ਬਰਕਰਾਰ ਰੱਖਦਾ ਹੈ। ਸੱਪ ਦੇ ਸੁਭਾਅ ਅਨੁਸਾਰ ਸੱਪਾਂ ਵਿੱਚ ਰਹਿ ਕੇ ਸੱਪਾਂ ਵਰਗਾ ਨਹੀਂ ਬਣਦਾ। ਮਲਿਆਗਰ ਭੁਯੰਗਮ ਬੇੜਿਓ, ਚੰਦਨ ਦੇ ਬੂਟੇ ਨੂੰ ਸੱਪਾਂ ਨੇ ਲਪੇਟ ਲਿਆ, ਪਰ ਸੱਪਾਂ ਦਾ ਸੁਭਾਅ ਨਹੀਂ ਮੰਨਿਆ ਉਸਨੇ। ਕੀ ਹੋਇਆ? ਸੁਸਾਇਟੀ ਮਾੜੀ ਹੈ। ਕਿਉਂ ਮੰਨਦੇ ਹੋ ਸੁਸਾਇਟੀ ਦੀ? ਕਿਉਂ ਉਹਨਾਂ ਦੇ ਮਾੜੇ ਗੁਣ ਅਪਣਾਉਂਦੇ? ਉਹਨਾਂ ਵਿੱਚ ਰਹੋ, ਬਲਕਿ ਉਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਜੀਵਨ ਸੁਧਾਰੋ, ਤੁਸੀਂ ਮਾੜੇ ਕੰਮ ਛੱਡੋ, ਤੁਸੀਂ ਮਾੜੀਆਂ ਚੀਜ਼ਾਂ ਦਾ ਤਿਆਗ ਕਰੋ, ਫਿਰ ਜੀਵਨ ਜੀ ਕੇ ਵੇਖੋ ਕਿਵੇਂ ਪ੍ਰਮਾਤਮਾ ਦੀ ਰਹਿਮਤ ਵਰਸਦੀ ਹੈ। ऐसा सुभाव बनाया जाए तो फिर साडा जो जीवन है वो जरूर इस अवस्था तक आएगा। यह लोग सुखिए परलोक सुहेले, नानक हर प्रभ आपे मिले। समा कुछ ज्यादा हो गया, इसलिए दास खिमा मंगदा। फतेह बुलाओ। वाहिगुरु जी का खालसा, वाहिगुरु जी की फतेह। रामकली महला तीजा। आनंद को ओंकार सतगुर प्रसाद। आनंद पाया मेरी माए सतगुरु मैं पाया। सतगुरता पाया सहज सेती मन वजियां वाधाइयां। राग रतन बरवार परियां शब्द गावने आईयां। शब्दों ता गावो हरि केरा मन जिनी वसाया। कह नानक आनंद होआ सतगुरु मैं पाया। ए मन मेरेया तू सदा रो हर नाले। हर नाल रहो तू मन मेरे दुख सब विसारना। अंगीकार करे तेरा कार्य सब सवारना। सबना गल्लां समरथ स्वामी सो क्यों मनो विसारे। कह नानक मन मेरे सदा रहो हर नाले। साचे साहिबा क्या नहीं घर तेरा। घर तां तेरा सब किछ है जिस दे सो पावे। सदा सिफत सलाह तेरी नाम मन वसावे। नाम जिनकै मन वसया वाजे शब्द कनेरे। कह नानक सच्चे साहिब क्या नहीं घर तेरा। साचा नाम मेरा आधारो। साच नाम आधार मेरा जिन भुखा सब गवाइया। कर शांत सुख मनाए वसया जिन इच्छा सब पुजाइया। सदा कुर्बान कीता गुर विटो जिस दियां ही वडियाइया। कह नानक सुनो संतो शब्द धरो प्यारो। साचा नाम मेरा आधारो। वाजे पंच शब्द तिद घर सुभाग्या। घर सुभाग्या शब्द वाजे कला जित कर धारिया। पंच दूत तुद वस कीते काल कंटक मारिया।